हेलो फ्रेंड्स, वेलकम टू द यूट्यूब चैनल सपोर्ट फॉर एजुकेशन। तो इस वीडियो में ਅਸੀਂ ਕਰਾਂਗੇ 12th क्लास इंग्लिश ਦਾ ਚੈਪਟਰ ਜਿਸ ਦਾ ਨਾਮ ਹੈ ਗਦਰੀ ਬਾਬਾਸ ਇਨ ਕਾਲਾ ਪਾਣੀ ਜੇਲ੍ਹ, ਜੋ ਕਿ ਲਿਖਿਆ ਡਾਕਟਰ ਹਰੀਸ਼ ਕੇ ਪੁਰੀ ਜੀ ਨੇ। ਤੇ ਦੋਸਤੋ, ਇਸ ਵੀਡੀਓ ਵਿੱਚ ਅਸੀਂ ਚੈਪਟਰ ਨੂੰ ਰੀਡ ਕਰਾਂਗੇ, ਨਾਲ ਦੀ ਨਾਲ ਮੈਂ ਤੁਹਾਨੂੰ ਇਹ ਚੈਪਟਰ ਪੰਜਾਬੀ ਵਿੱਚ ਐਕਸਪਲੇਨ ਵੀ ਕਰਾਂਗਾ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। आज शुरू करते हैं चैप्टर गदरी बाबास इन काला पानी जेल। हरीश के पुरी is a former professor of political science and head of Dr. B.R. Ambedkar chair at Guru Nanak Dev University, ਅੰਮ੍ਰਿਤਸਰ। ਤੇ ਦੋਸਤੋ, ਜਿਹੜੀ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਜਿਹਨੂੰ GNDU ਵੀ ਕਿਹਾ ਜਾਂਦਾ, ਉਸ ਵਿੱਚ ਡਾਕਟਰ B.R. ਅੰਬੇਦਕਰ ਚੇਅਰ ਦੇ ਉਹ ਹੈੱਡ ਰਹੇ ਨੇ। ਤੇ ਉਸ ਤੋਂ ਪਹਿਲਾਂ ਇਹ ਪ੍ਰੋਫੈਸਰ ਸੀਗੇ ਪੋਲੀਟੀਕਲ ਸਾਇੰਸ ਦੇ। He had published extensively on political movements, federalism, Dalits, politics of ethnicity, caste and religion and terrorism। ਤੇ ਇਹਨਾਂ ਨੇ ਕਾਫੀ ਜ਼ਿਆਦਾ ਬੁੱਕਸ ਲਿਖੀਆਂ ਨੇ। ਐਕਸਟੈਂਸਿਵਲੀ ਦਾ ਅਰਥ ਹੁੰਦਾ ਕਾਫੀ ਜ਼ਿਆਦਾ। ਔਨ ਪੋਲੀਟੀਕਲ ਮੂਵਮੈਂਟਸ, ਰਾਜਨੀਤੀ ਤੇ, ਫੈਡਰਲਿਜ਼ਮ, ਸੰਘਵਾਦ, ਦਲਿਤ ਭਾਈਚਾਰੇ ਤੇ, ਪੋਲੀਟਿਕਸ ਆਫ ਐਥਨੀਸਿਟੀ, ਨਸਲਵਾਦ, ਕਾਸਟ ਐਂਡ ਰਿਲੀਜਨ, ਜਾਤ ਪਾਤ ਤੇ ਧਰਮ, ਐਂਡ ਟੈਰਰਿਜ਼ਮ। ਟੈਰਰਿਜ਼ਮ ਦਾ ਅਰਥ ਹੋ ਗਿਆ ਅੱਤਵਾਦ। ਤੇ ਇਹਨਾਂ ਨੇ ਇਹਨਾਂ ਟੌਪਿਕਸ 'ਤੇ ਬੁੱਕਸ ਹੈ ਉਹ ਲਿਖੀਆਂ ਨੇ। ਹਿਸ ਬੁੱਕਸ ਇੰਕਲੂਡ ਗਦਰ ਮੂਵਮੈਂਟ ਆਈਡੀਓਲੋਜੀ, organization and strategy, Dalits in regional context, understanding terrorism in Punjab, social and political movements, Gadar movement, a short history, and Gadar movement to Bhagat Singh। ਤੇ ਹੁਣ ਇਹਨਾਂ ਦੇ ਕੁਝ ਬੁੱਕਸ ਦੇ ਨਾਂ ਦਿੱਤੇ ਹੋਏ ਨੇ, ਜਿਵੇਂ ਸਭ ਤੋਂ ਪਹਿਲਾਂ ਗਦਰ ਮੂਵਮੈਂਟ ਆਈਡੀਓਲੋਜੀ, ਆਰਗੇਨਾਈਜੇਸ਼ਨ ਐਂਡ ਸਟ੍ਰੈਟਜੀ। ਅਗਲੀ ਬੁੱਕ ਹੈ ਦਲਿਤਸ ਇਨ ਰੀਜਨਲ ਕੰਟੈਸਟ। ਉਸ ਤੋਂ ਬਾਅਦ ਇਹਨਾਂ ਦੀ ਬੁੱਕ ਦੱਸੀ ਹੋਈ ਹੈ ਅੰਡਰਸਟੈਂਡਿੰਗ ਟੈਰਰਿਜ਼ਮ ਇਨ ਪੰਜਾਬ। ਇਸ ਤੋਂ ਬਾਅਦ ਬੁੱਕ ਹੈ ਸੋਸ਼ਲ ਐਂਡ ਪੋਲੀਟੀਕਲ ਮੂਵਮੈਂਟਸ। ਅਗਲੀ ਬੁੱਕ ਇਹਨਾਂ ਦੀ ਦਿੱਤੀ ਹੋਈ ਹੈ ਗਦਰ ਮੂਵਮੈਂਟ ਅ ਸ਼ਾਰਟ ਹਿਸਟਰੀ। ਅਤੇ ਇਸ ਤੋਂ ਬਾਅਦ ਗਦਰ ਮੂਵਮੈਂਟ ਟੂ ਭਗਤ ਸਿੰਘ। ਅਤੇ ਇਹ ਵਾਲੀ ਇਹਨਾਂ ਦੀ ਕੁਝ ਬੁੱਕਸ ਨੇ। In the present extract, he gives a harrowing account of a cellular jail called Kalapani, set up by Britishers in Andaman to isolate, punish and torture the freedom fighters of India during the early decades of the 20th century। ਤੇ ਇਹ ਵਾਲਾ ਜਿਹੜਾ ਪਾਰਟ ਹੈ ਇੱਕ ਐਕਸਟਰੈਕਟ ਹੈ। ਐਕਸਟਰੈਕਟ ਕੀ ਹੁੰਦਾ ਹੈ ਕਿ ਵੱਡੀ ਰਚਨਾ ਦਾ ਛੋਟਾ ਜਿਹਾ ਹਿੱਸਾ, ਜੋ ਇਹਨਾਂ ਨੇ ਗਦਰ ਮੂਵਮੈਂਟ ਦੇ ਉੱਪਰ ਬੁੱਕ ਲਿਖੀ ਹੈ, ਉਸ ਦਾ ਇੱਕ ਹਿੱਸਾ ਹੈ। ਤੇ ਇਸ ਐਕਸਟਰੈਕਟ ਵਿੱਚ ਕੀ ਦੱਸਿਆ ਗਿਆ ਹੈ? ਹੈਰੋਇੰਗ ਐਕਸਪੀਰੀਅੰਸ। ਹੈਰੋਇੰਗ ਦਾ ਅਰਥ ਹੁੰਦਾ ਪੇਨਫੁਲ, ਦੁਖਦਾਈ। ਅਤੇ ਕਿੱਥੋਂ ਦੀ ਗੱਲਾਂ, ਕਿੱਥੋਂ ਦੇ ਹੈਰੋਇੰਗ ਐਕਸਪੀਰੀਅੰਸ ਦਾ ਜ਼ਿਕਰ ਹੈ? ਆਫ ਅ ਸੈਲੂਲਰ ਜੇਲ। ਅਤੇ ਹੁਣ ਅਸੀਂ ਗਲੋਸਰੀ ਵਿੱਚ ਦੇਖਦੇ ਹਾਂ ਕਿ ਸੈਲੂਲਰ ਜੇਲ ਕੀ ਹੈ। ਵੈਸੇ ਕਾਲਾ ਪਾਣੀ ਦੀ ਜੇਲ ਨੂੰ ਸੈਲੂਲਰ ਜੇਲ ਕਿਹਾ ਜਾਂਦਾ ਹੈ। ਅ ਜੇਲ ਵੇਅਰ ਸਿੰਗਲ ਪ੍ਰਿਜ਼ਨਰਸ ਵਰ ਫੋਰਸਡ ਟੂ ਸਟੇ in solitary small rooms named Kal Kothris by the people. This jail consisted of 690 cells. Each cell meant for one prisoner and was 13 feet by 7 feet and was closed from all sides except the iron door। ਠੀਕ ਹੈ, ਉਹ ਜੇਲ੍ਹ ਹੈ ਜਿਸ ਵਿੱਚ ਕੈਦੀਆਂ ਨੂੰ ਰੱਖਿਆ ਗਿਆ ਸੀਗਾ ਅਤੇ ਛੋਟੇ ਛੋਟੇ ਰੂਮਸ ਵਿੱਚ ਰੱਖਿਆ ਗਿਆ ਸੀਗਾ। ਅਤੇ ਉਹ ਛੋਟੇ ਛੋਟੇ ਰੂਮਸ ਨੂੰ ਕਾਲ ਕੋਠਰੀ ਕਿਹਾ ਗਿਆ। ਅਤੇ ਇਸ ਵਿੱਚ 690 ਕਮਰੇ ਸੀਗੇ ਛੋਟੇ ਛੋਟੇ, ਜਿਸ ਨੂੰ ਕਿ ਸੈੱਲ ਕਿਹਾ ਗਿਆ। ਅਤੇ ਇੱਕ ਕਮਰੇ ਵਿੱਚ ਇੱਕ ਪ੍ਰਿਜ਼ਨਰ, ਇੱਕ ਕੈਦੀ ਨੂੰ ਰੱਖਿਆ ਜਾਂਦਾ ਸੀਗਾ। ਅਤੇ ਉਹ ਕੀ ਉਸ ਦੀ ਡਾਇਮੈਂਸ਼ਨਸ ਹੁੰਦੀ ਸੀਗੀਆਂ ਰੂਮ ਦੀਆਂ 13 ਫੁੱਟ ਬਾਏ 7 ਫੁੱਟ। ਵੀ ਛੋਟਾ ਜਿਹਾ ਕਮਰਾ ਸੀਗਾ ਅਤੇ 3 ਪਾਸਿਓਂ ਦੀ ਬੰਦ ਸੀਗਾ ਅਤੇ ਇੱਕ ਪਾਸਿਓਂ ਲੋਹੇ ਦਾ ਦਰਵਾਜ਼ਾ ਹੁੰਦਾ ਸੀਗਾ, ਲੋਹੇ ਦਾ ਡੋਰ ਸੀਗਾ, ਆਇਰਨ ਡੋਰ। ਅਤੇ ਇਹ ਜਿਹੜੀ ਜੇਲ੍ਹ ਹੈ ਇਹ ਬ੍ਰਿਟਿਸ਼ਰਸ, ਅੰਗਰੇਜ਼ਾਂ ਨੇ ਸੈਟਅਪ ਕੀਤੀ ਸੀਗੀ। ਕਿੱਥੇ ਸੈਟਅਪ ਕੀਤੀ ਸੀਗਾ? ਅੰਡਾਮਾਨ ਐਂਡ ਨਿਕੋਬਾਰ ਆਈਲੈਂਡਸ ਦੇ ਵਿੱਚ। ਅਤੇ ਸੈਟਅਪ ਕਿਉਂ ਕੀਤੀ ਸੀਗੀ ਉਹਨਾਂ ਨੇ? ਟੂ ਆਈਸੋਲੇਟ, ਪਨਿਸ਼ ਐਂਡ ਟੋਰਚਰ ਦਾ ਫਰੀਡਮ ਫਾਈਟਰਸ ਆਫ ਇੰਡੀਆ ਡਿਊਰਿੰਗ ਦਾ ਅਰਲੀ ਡਿਕੇਡਸ ਆਫ ਦਾ 20th ਸੈਂਚੁਰੀ। ਇਹ ਸੈਟਅਪ ਕੀਤੀ ਸੀਗੀ ਤਾਂ ਕਿ ਉਹਨਾਂ ਨੂੰ ਜਿਹੜੇ ਫਰੀਡਮ ਫਾਈਟਰਸ ਸੀਗੇ ਉਹਨਾਂ ਨੂੰ ਕੈਦ ਕਰਕੇ ਅਲੱਗ ਰੱਖਿਆ ਜਾ ਸਕੇ, ਉਹਨਾਂ ਨੂੰ ਪਨਿਸ਼ ਕੀਤਾ ਜਾ ਸਕੇ ਅਤੇ ਉਹਨਾਂ ਨੂੰ ਟੋਰਚਰ ਹੈ ਉਹ ਕੀਤਾ ਜਾ ਸਕੇ। ਅਤੇ ਇੱਥੇ ਇੱਕ ਵਰਡ ਆਇਆ ਡਿਕੇਡ। ਅਤੇ ਡਿਕੇਡ ਦਾ ਅਰਥ ਹੁੰਦਾ ਵੀ 10 ਸਾਲਾਂ ਦੇ ਡਿਊਰੇਸ਼ਨ ਹੁੰਦੀ ਹੈ, ਉਹਨੂੰ ਡਿਕੇਡ ਕਿਹਾ ਜਾਂਦਾ। ਅਤੇ ਅਰਲੀ ਡਿਕੇਡਸ ਆਫ ਦਾ 20th ਸੈਂਚੁਰੀ ਤੋਂ ਭਾਵ ਹੈ ਕਿ ਜਿਵੇਂ ਫਸਟ ਡਿਕੇਡ ਹੋ ਗਿਆ 1901 ਤੋਂ ਲੈ ਕੇ 1910, ਜਾਂ ਦੂਜਾ ਡਿਕੇਡ ਹੋ ਗਿਆ 1911 ਤੋਂ ਲੈ ਕੇ 1920। ਅਤੇ ਇਹ ਹੋ ਗਿਆ ਅਰਲੀ ਡਿਕੇਡਸ ਆਫ ਦਾ 20th ਸੈਂਚੁਰੀ। ਅਤੇ ਫਰੀਡਮ ਫਾਈਟਰਸ 'ਤੇ ਜਿਹੜੇ ਜ਼ੁਲਮ ਹੋਏ, ਬਹੁਤ ਜ਼ਿਆਦਾ ਜ਼ੁਲਮ ਹੋਏ, ਬਹੁਤ ਜ਼ਿਆਦਾ ਉਹਨਾਂ ਨੂੰ ਟੋਰਚਰ ਕੀਤਾ ਗਿਆ, ਅਤੇ ਉਸ ਦੀ ਗੱਲ ਇਸ ਐਕਸਟਰੈਕਟ ਵਿੱਚ ਕੀਤੀ ਗਈ ਹੈ।
Ghadar Party was organized by Indian immigrants and revolutionary exiles like Lala Hardayal in USA and Canada in 1913 with the view to launch an armed struggle for the freedom of India by overthrowing the British rule. ਇਸ ਦਾ ਅਰਥ ਹੈ ਵੀ ਗਦਰ ਪਾਰਟੀ ਦਾ ਸੰਗਠਨ ਕੀਤਾ ਗਿਆ, ਸੰਗਠਿਤ ਕੀਤੀ ਗਈ ਗਦਰ ਪਾਰਟੀ ਕਿੰਨਾਂ ਦੇ ਦੁਆਰਾ? ਬਾਏ ਇੰਡੀਅਨ ਇਮੀਗ੍ਰੇਟਸ ਜੋ ਭਾਰਤੀ ਦੂਜੇ ਦੇਸ਼ਾਂ ਵਿੱਚ ਰਹਿ ਰਹੇ ਸੀਗੇ, ਐਂਡ ਰੈਵੋਲੂਸ਼ਨਰੀ ਐਗਜ਼ਾਈਲਸ। ਤੇ ਰੈਵੋਲੂਸ਼ਨਰੀ ਦਾ ਅਰਥ ਹੁੰਦਾ ਕ੍ਰਾਂਤੀਕਾਰੀ ਤੇ ਐਗਜ਼ਾਈਲਸ ਦਾ ਅਰਥ ਹੁੰਦਾ ਜਲਾਵਤਨ। ਜਲਾਵਤਨ ਇਹ ਹੁੰਦੇ ਨੇ, ਐਗਜ਼ਾਈਲਸ ਕੀ ਹੁੰਦਾ ਵੀ ਜਿਨ੍ਹਾਂ ਨੂੰ ਆਪਣੇ ਦੇਸ਼ ਤੋਂ ਮੀਨਸ ਕਿ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੁੰਦਾ ਤਾਂ ਦੂਜੇ ਦੇਸ਼ਾਂ ਵਿੱਚ ਜਾ ਕੇ ਰਹਿ ਰਹੇ ਨੇ। ਤੇ ਜਿਹੜੇ ਭਾਰਤੀ ਲੋਕ ਦੂਜੇ ਦੇਸ਼ਾਂ ਵਿੱਚ ਜਾ ਕੇ ਰਹਿ ਰਹੇ ਨੇ, ਜਿਵੇਂ ਲਾਲਾ ਹਰਦਿਆਲ ਹੋ ਗਏ, ਜਿਵੇਂ ਤੇ ਉਹ USA ਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਜਿਹੜੇ ਹੋਰ ਵੀ ਲੋਕ ਰਹਿ ਰਹੇ ਨੇ, ਤੇ ਉਹਨਾਂ ਨੇ ਗਦਰ ਪਾਰਟੀ ਬਣਾਈ 1913 ਵਿੱਚ। ਤੇ ਕਿਉਂ ਬਣਾਈ ਸੀਗੀ? ਵਿਦ ਦ ਵਿਊ ਟੂ ਲਾਂਚ ਐਨ ਆਰਮਡ ਸਟਰਗਲ। ਆਰਮਡ ਦਾ ਅਰਥ ਹੁੰਦਾ ਹਥਿਆਰਬੰਦ ਤੇ ਸਟਰਗਲ ਦਾ ਅਰਥ ਹੁੰਦਾ ਵਿਦਰੋਹ। ਤੇ ਕਿਸ ਚੀਜ਼ ਲਈ ਵਿਦਰੋਹ ਕਰਨਾ ਸੀਗਾ? ਫॉर ਦ ਫਰੀडम ਆਫ ਇੰਡੀਆ, ਵੀ ਭਾਰਤ ਨੂੰ ਉਹਨਾਂ ਨੇ ਆਜ਼ਾਦ ਕਰਾਉਣਾ ਸੀਗਾ। ਬਾਏ ਓਵਰਥਰੋਇੰਗ ਦ ਬ੍ਰਿਟਿਸ਼ ਰੂਲ, ਕਿ ਅੰਗਰੇਜ਼ਾਂ ਨੂੰ ਬਈ ਅੰਗਰੇਜ਼ੀ ਸ਼ਾਸਨ ਨੂੰ ਓਵਰਥਰੋ ਕਰਕੇ ਆਜ਼ਾਦੀ ਭਾਰਤ ਨੂੰ ਦਿਵਾਉਣੀ ਸੀ। Several thousand of them returned to India for that purpose from October 1914 onwards. ਤੇ several thousands ਦਾ ਅਰਥ ਹੋ ਗਿਆ ਕਈ ਹਜ਼ਾਰ ਲੋਕ ਹੈ ਫਿਰ ਭਾਰਤ ਵਿੱਚ ਵਾਪਸ ਆਏ ਅਮਰੀਕਾ ਤੇ ਕੈਨੇਡਾ ਤੋਂ ਅਕਤੂਬਰ 1914 ਤੋਂ ਬਾਅਦ। ਬਾਬਾ ਸੋਹਣ ਸਿੰਘ ਭਕਨਾ, ਬਾਬਾ ਨਿਧਾਨ ਸਿੰਘ, ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ were among the prominent leaders. ਤੇ ਜਿਹੜੇ ਲੋਕ ਵਾਪਸ ਆਏ ਉਹਨਾਂ ਵਿੱਚੋਂ ਮੁੱਖ ਲੀਡਰ ਕੌਣ ਸੀਗੇ? ਬਾਬਾ ਸੋਹਣ ਸਿੰਘ ਭਕਨਾ, ਬਾਬਾ ਨਿਧਾਨ ਸਿੰਘ, ਕਰਤਾਰ ਸਿੰਘ ਸਰਾਭਾ ਤੇ ਵਿਸ਼ਨੂੰ ਗਣੇਸ਼ ਪਿੰਗਲੇ। The stipulated rebellion in February 1915 failed and a large number of them were hanged and punished to long terms of life in jails. ਤੇ ਇੱਥੇ ਇੱਕ ਵਰਡ ਹੈ ਸਟਿਪੂਲੇਟਿਡ, ਤੇ ਸਟਿਪੂਲੇਟਿਡ ਦਾ ਅਰਥ ਹੈ ਨਿਰਧਾਰਿਤ ਤੇ ਰਿਬੇਲੀਅਨ ਦਾ ਅਰਥ ਹੈ ਵਿਦਰੋਹ। ਤੇ ਹੁਣ ਕੀ ਇੱਕ ਵਿਦਰੋਹ ਹੋਣਾ ਸੀਗਾ ਫਰਵਰੀ 1915 ਵਿੱਚ ਰੈਵੋਲੂਸ਼ਨਰੀਜ਼ ਦੇ ਦੁਆਰਾ, ਤੇ ਉਹ ਫੇਲ ਹੋ ਗਿਆ, ਵੀ ਉਹ ਕਾਮਯਾਬ ਨਾ ਹੋ ਸਕਿਆ। ਤੇ ਹੁਣ ਕਾਫੀ ਸਾਰੇ ਕ੍ਰਾਂਤੀਕਾਰੀਆਂ ਨੂੰ, ਕਾਫੀ ਸਾਰੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਤੇ ਕਈਆਂ ਨੂੰ ਇਹ ਸਜ਼ਾ ਦਿੱਤੀ ਗਈ ਕਿ ਉਹ ਕਾਫੀ ਜ਼ਿਆਦਾ ਸਮੇਂ ਲਈ ਕੈਦ ਦੀ ਸਜ਼ਾ ਦੇ ਦਿੱਤੀ ਗਈ। ਕਈਆਂ ਨੂੰ ਕਾਫੀ ਜ਼ਿਆਦਾ, ਜਿਵੇਂ 5 ਸਾਲ ਕੈਦ, 7 ਸਾਲ ਕੈਦ, 10 ਸਾਲ ਕੈਦ, ਤੇ ਇਸ ਤਰ੍ਹਾਂ ਦੀ ਸਜ਼ਾ ਕਈਆਂ ਨੂੰ ਮਿਲੀ। ਦ ਸੈਲੂਲਰ ਜੇਲ ਇਨ ਪੋਰਟ ਬਲੇਅਰ, Andaman Islands in the Bay of Bengal was rightly described as the Devil's Island. ਤੇ ਇਹ ਸੈਲੂਲਰ ਜੇਲ ਕਿੱਥੇ ਹੈ? ਪੋਰਟ ਬਲੇਅਰ ਵਿੱਚ ਹੈ। ਤੇ ਪੋਰਟ ਬਲੇਅਰ ਕਿੱਥੇ ਹੈ? ਅੰਡਾਮਾਨ ਆਈਲੈਂਡਸ। ਤੇ ਅੰਡਾਮਾਨ ਆਈਲੈਂਡਸ ਕਿੱਧਰ ਨੇ? ਬੇ ਆਫ ਬੰਗਾਲ, ਬੰਗਾਲ ਦੀ ਖਾੜੀ ਦੇ ਵਿੱਚ। ਤੇ ਇਸ ਨੂੰ ਹੋਰ ਕੀ ਕਿਹਾ ਜਾਂਦਾ? ਇਸ ਨੂੰ ਡੈਵਿਲਸ ਆਈਲੈਂਡ ਕਿਹਾ ਜਾਂਦਾ। ਤੇ ਡੈਵਿਲਸ ਦਾ ਕੀ ਅਰਥ ਹੈ? ਡੈਵਿਲ ਦਾ ਅਰਥ ਹੁੰਦਾ ਸ਼ੈਤਾਨ, ਤੇ ਆਈਲੈਂਡ ਦਾ ਅਰਥ ਹੁੰਦਾ ਟਾਪੂ, ਤੇ ਇਸ ਨੂੰ ਸ਼ੈਤਾਨ ਦਾ ਟਾਪੂ ਵੀ ਕਿਹਾ ਜਾਂਦਾ। ਇਟ ਇਜ਼ ਆਲਸੋ ਕਾਲਡ ਕਾਲਾ ਪਾਣੀ ਜੇਲ, ਤੇ ਇਸ ਨੂੰ ਕਾਲਾ ਪਾਣੀ ਜੇਲ ਵੀ ਕਿਹਾ ਜਾਂਦਾ। Initially, the penal colony was created to isolate and torture for life the rebels of the Ghadar Mutiny of 1857 and other hardened criminals. ਤੇ ਹੁਣ ਪੀਨਲ ਕਲੋਨੀ ਇੱਕ ਵਰਡ ਹੈ ਤੇ ਉਸ ਦਾ ਮੀਨਿੰਗ ਅਸੀਂ ਗਲੋਸਰੀ ਵਿੱਚ ਦੇਖਦੇ ਹਾਂ। ਤੇ ਕੀ ਹੈ ਪੀਨਲ ਕਲੋਨੀ? ਅ ਕਲੋਨੀ ਅਵੇ ਫਰੋਮ ਦਾ ਮੇਨ ਲੈਂਡ ਕ੍ਰੀਏਟਿਡ ਫॉर punishment for life given to the rebels or hardened criminals. ਤੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਪੀਨਲ ਕਲੋਨੀ ਇਹ ਹੁੰਦਾ ਵੀ ਉਹ ਏਰੀਆ ਜੋ ਕਿ ਸਜ਼ਾ ਦੇਣ ਲਈ ਬਣਾਇਆ ਜਾਂਦਾ ਹੈ। ਤੇ ਕਿੰਨਾਂ ਨੂੰ ਸਜ਼ਾ ਦੇਣ ਲਈ ਬਣਾਇਆ ਜਾਂਦਾ? ਰਿਬਲਸ ਔਰ ਹਾਰਡਨਡ ਕ੍ਰਿਮੀਨਲਸ, ਜਿਹੜੇ ਵਿਦਰੋਹੀ ਹੁੰਦੇ ਨੇ ਜਾਂ ਹਾਰਡਨਡ ਕ੍ਰਿਮੀਨਲਸ ਜੋ ਬਹੁਤ ਸਖਤ ਮੁਜਰਿਮ ਹੁੰਦੇ ਨੇ, ਉਹਨਾਂ ਨੂੰ ਸਜ਼ਾ ਦੇਣ ਲਈ, ਉਹਨਾਂ ਨੂੰ ਕੈਦ ਕਰਨ ਲਈ ਇੱਕ ਕਲੋਨੀ ਬਣਾਈ ਜਾਂਦੀ ਹੈ। ਤੇ ਜਿਹੜੀ ਕਲੋਨੀ ਹੈ ਅਵੇ ਫਰੋਮ ਦਾ ਮੇਨ ਲੈਂਡ, ਵੀ ਮੇਨ ਲੈਂਡ ਤੋਂ ਕਾਫੀ ਜ਼ਿਆਦਾ ਦੂਰ ਹੁੰਦੀ ਹੈ। ਜਿਵੇਂ ਅੰਡਾਮਾਨ ਆਈਲੈਂਡਸ ਵਿੱਚ ਜਿਹੜੇ ਪੋਰਟ ਬਲੇਅਰ ਹੈ ਮੇਨ ਲੈਂਡ ਤੋਂ ਕਾਫੀ ਦੂਰ ਹੈ, ਤੇ ਇਹ ਪੀਨਲ ਕਲੋਨੀ ਬਣਾਈ ਗਈ ਹੈ। ਤੇ ਸ਼ੁਰੂਆਤ ਦੇ ਵਿੱਚ ਇਹ ਪੀਨਲ ਕਲੋਨੀ ਕਿਉਂ ਬਣਾਈ ਗਈ ਸੀਗੀ? ਟੂ ਆਈਸੋਲੇਟ, ਕੀ ਅਲੱਗ ਕਰਕੇ ਰੱਖਣ ਲਈ, ਤੇ ਐਂਡ ਟੌਰਚਰ ਫॉर ਲਾਈਫ, ਕੀ ਸਾਰੀ ਉਮਰ ਟੌਰਚਰ ਕਰਨ ਲਈ। ਕਿੰਨਾਂ ਨੂੰ? ਰਿਬਲਸ ਆਫ ਗਦਰ ਆਫ 1857। ਤੇ ਹੁਣ 1857 ਵਿੱਚ ਜਿਹੜਾ ਪਹਿਲੀ ਗਦਰ ਹੋਈ ਸੀਗੀ, ਰਿਵੋਲਟ ਹੋਇਆ ਸੀਗਾ ਪਹਿਲਾਂ, ਜਿਹਨੂੰ ਰਿਵੋਲਟ ਆਫ 1857 ਵੀ ਕਿਹਾ ਜਾਂਦਾ ਹੈ। ਤੇ ਉਸਦੇ ਰਿਬਲਸ ਨੂੰ, ਤੇ ਜਿਨ੍ਹਾਂ ਜੋ ਕਿ ਉਹ ਵਿਦਰੋਹੀ ਸੀਗੇ 1857 ਈਸਵੀ ਦੇ, ਤੇ ਉਹਨਾਂ ਨੂੰ ਕੈਦ ਕਰਨ ਲਈ ਤੇ ਉਹਨਾਂ ਨੂੰ ਟੌਰਚਰ ਕਰਨ ਲਈ ਇਹ ਕਲੋਨੀ ਬਣਾਈ ਗਈ ਸੀ। ਦ ਨਿਊਲੀ ਕੰਸਟਰਕਟਿਡ ਜੇਲ ਵਾਜ਼ ਓਪਨਡ ਇਨ 1906।
ਤੇ ਪਹਿਲਾਂ ਤਾਂ ਪੀਨਲ ਕਲੋਨੀ ਬਣਾਈ ਗਈ ਤੇ ਉਸ ਤੋਂ ਬਾਅਦ 1906 ਵਿੱਚ ਇੱਥੇ ਜੇਲ੍ਹ ਦਾ ਨਿਰਮਾਣ ਕੀਤਾ ਗਿਆ ਤੇ ਜੇਲ੍ਹ ਨਵੀਂ ਓਪਨ ਹੋਈ 1906 ਵਿੱਚ। ਬੰਗਾਲੀ ਰੈਵੋਲੂਸ਼ਨਰੀਜ਼ ਕਨਵਿਕਟਡ ਇਨ ਅਲੀਪੁਰ ਕਨਸਪੀਰੇਸੀ ਕੇਸ were the first group of 27 political prisoners brought there, followed by others of Nasik conspiracy case such as V.D. Savarkar and his brother Ganesh Savarkar। ਤੇ ਸਭ ਤੋਂ ਪਹਿਲਾਂ ਇਸ ਜੇਲ੍ਹ ਵਿੱਚ ਕਿਹਨੂੰ ਲਿਆਂਦਾ ਗਿਆ? ਬੰਗਾਲੀ ਰੈਵੋਲੂਸ਼ਨਰੀਜ਼, ਬੰਗਾਲੀ ਕ੍ਰਾਂਤੀਕਾਰੀਆਂ ਨੂੰ ਇੱਧਰ ਲੈ ਕੇ ਆਇਆ ਗਿਆ ਸਭ ਤੋਂ ਪਹਿਲਾਂ। ਕਨਵਿਕਟਡ ਆਫ ਅਲੀਪੁਰ ਕਨਸਪੀਰੇਸੀ ਕੇਸ, ਜੋ ਕਿ ਮੁਜਰਿਮ ਸੀਗੇ, ਅਲੀਪੁਰ ਦੋਸ਼ੀ ਸੀਗੇ ਅਲੀਪੁਰ ਕਨਸਪੀਰੇਸੀ ਕੇਸ ਦੇ ਵਿੱਚ। ਤੇ ਕਿੰਨੇ ਲੋਕਾਂ ਨੂੰ ਲਿਆਂਦਾ ਗਿਆ ਸਭ ਤੋਂ ਪਹਿਲਾਂ? 27 ਪੋਲੀਟੀਕਲ ਪ੍ਰਿਜ਼ਨਰ, ਪਹਿਲਾਂ 27 ਲੋਕਾਂ ਨੂੰ ਇੱਧਰ ਲਿਆਂਦਾ ਗਿਆ। ਤੇ ਉਸ ਤੋਂ ਬਾਅਦ ਕੌਣ ਆਇਆ? followed by others of Nasik conspiracy case such as V.D. Savarkar and his brother Ganesh Savarkar। ਉਸ ਤੋਂ ਬਾਅਦ ਜਿਹੜੇ ਨਾਸਿਕ ਕਨਸਪੀਰੇਸੀ ਕੇਸ ਵਿੱਚ ਕਨਵਿਕਟ ਹੋਏ, ਦੋਸ਼ੀ ਪਾਏ ਗਏ, ਜਿਵੇਂ ਕਿ V.D. ਸਾਵਰਕਰ ਤੇ ਉਹਨਾਂ ਦਾ ਭਰਾ ਗਣੇਸ਼ ਸਾਵਰਕਰ। The Gadarites, Gadri Babas, constituted the largest single group of political prisoners sentenced to transportation for life. 40 of them convicted in the Lahore conspiracy case were brought there in December 1915। ਤੇ ਉਸ ਤੋਂ ਬਾਅਦ ਗਦਰਾਈਟਸ, ਜਿਨ੍ਹਾਂ ਨੂੰ ਗਦਰੀ ਬਾਬਾ ਵੀ ਕਿਹਾ ਜਾ ਸਕਦਾ ਹੈ, ਤੇ ਕੰਸਟੀਟਿਊਟਿਡ ਦਾ ਸਿੰਗਲ ਲਾਰਜੈਸਟ ਗਰੁੱਪ ਆਫ ਪੋਲੀਟੀਕਲ ਪ੍ਰਿਜ਼ਨਰਸ। ਹੁਣ ਅਸੀਂ ਪਹਿਲਾਂ ਦੇਖਿਆ ਕਿ ਪਹਿਲਾਂ 27 ਦਾ ਗਰੁੱਪ ਆਇਆ ਸੀਗਾ ਬੰਗਾਲ ਤੋਂ, ਪਰ ਹੁਣ ਸਭ ਤੋਂ ਜ਼ਿਆਦਾ ਵੀ ਉਸ ਤੋਂ ਵੀ ਕਈ ਜ਼ਿਆਦਾ ਪੋਲੀਟੀਕਲ ਪ੍ਰਿਜ਼ਨਰਸ ਵੀ ਰਾਜਨੀਤਿਕ ਕੈਦੀ ਉੱਧਰ ਲੈ ਕੇ ਆਏ ਗਏ। 40 of them convicted in the Lahore conspiracy case and were brought in December 1915। ਤੇ ਉਹਨਾਂ ਵਿੱਚੋਂ 40 ਲੋਕ ਨੇ ਜਿਹੜੇ ਉਹ ਲਾਹੌਰ ਕਨਸਪੀਰੇਸੀ ਕੇਸ ਵਿੱਚ ਦੋਸ਼ੀ ਪਾਏ ਗਏ ਤੇ ਉਹਨਾਂ ਨੂੰ ਦਸੰਬਰ 1915 ਵਿੱਚ ਲੈ ਕੇ ਆਇਆ ਗਿਆ। ਤੇ ਦੋਸਤੋ ਹੁਣ ਕੁਝ ਗਲੋਸਰੀ ਵਿੱਚ ਵਰਡਸ ਯੂਜ਼ ਹੋਏ ਨੇ, ਜਿਵੇਂ ਕਨਸਪੀਰੇਸੀ ਦਾ ਅਰਥ ਦਿੱਤਾ ਗਿਆ ਸੀਕ੍ਰੇਟ ਪਲਾਨ ਬਾਈ ਗਰੁੱਪ ਆਫ ਪੀਪਲ ਟੂ ਡੂ ਸਮਥਿੰਗ ਹਾਰਮਫੁਲ ਔਰ ਇਲੀਗਲ। ਤੇ ਵੈਸੇ ਇਸ ਦਾ ਜੇ ਅਸੀਂ ਈਜ਼ੀ ਟਰਾਂਸਲੇਸ਼ਨ ਕਰੀਏ ਪੰਜਾਬੀ ਵਿੱਚ, ਕਨਸਪੀਰੇਸੀ ਦਾ ਅਰਥ ਹੁੰਦਾ ਸਾਜ਼ਿਸ਼। ਤੇ ਉਸ ਤੋਂ ਬਾਅਦ V.D. ਸਾਵਰਕਰ ਦਾ ਵੀ ਨਾਂ ਅਸੀਂ ਪੜ੍ਹਿਆ ਸੀਗਾ, ਤੇ ਉਸ ਦੇ ਬਾਰੇ ਗਲੋਸਰੀ ਵਿੱਚ ਲਿਖਿਆ ਕਿ ਵਿਨਾਇਕ ਦਮੋਦਰ ਸਾਵਰਕਰ ਵਾਜ਼ ਅ ਪ੍ਰੋਮੀਨੈਂਟ ਰੈਵੋਲੂਸ਼ਨਰੀ ਬੇਸਡ ਇਨ ਲੰਡਨ ਫਰੋਮ 1905 to 1910। ਤੇ ਉਹ ਲੰਡਨ ਬੇਸਡ ਰੈਵੋਲੂਸ਼ਨਰੀ ਸੀਗਾ 1905 ਤੋਂ 1910 ਦੇ ਵਿਚਕਾਰ। ਹਿਸ ਬੁੱਕ ਔਨ ਦਾ ਰਿਵੋਲਟ ਆਫ 1857, ਕਿ ਉਹਨਾਂ ਨੇ ਇੱਕ ਬੁੱਕ ਲਿਖੀ ਸੀਗੀ ਰਿਵੋਲਟ ਆਫ 1857 ਦੇ ਰਿਗਾਰਡਿੰਗ, ਤੇ ਉਸ ਬੁੱਕ ਦਾ ਨਾਂ ਸੀਗਾ ਇੰਡੀਅਨ ਵਾਰ ਆਫ ਇੰਡੀਪੈਂਡੈਂਸ। ਬਿਕੇਮ ਅ ਬਾਈਬਲ ਫॉर ਰੈਵੋਲੂਸ਼ਨਰੀਜ਼ ਫॉर ਡੈਟ ਟਾਈਮ। ਤੇ ਉਹ ਇੰਨੀ ਵਧੀਆ ਬੁੱਕ ਲਿਖੀ ਸੀਗੀ ਵੀ ਕ੍ਰਾਂਤੀਕਾਰੀਆਂ ਦੇ ਲਈ ਉਹ ਬੁੱਕ ਹੈ ਬਾਈਬਲ ਦੀ ਤਰ੍ਹਾਂ ਸੀ। ਹੀ ਵਾਜ਼ ਕਨਵਿਕਟਡ ਇਨ 1911, ਤੇ ਉਹਨਾਂ ਨੂੰ 1911 ਵਿੱਚ ਦੋਸ਼ੀ ਪਾਇਆ ਗਿਆ। ਪਨਿਸ਼ਡ ਟੂ ਡਿਪੋਰਟੇਸ਼ਨ ਫॉर ਲਾਈਫ ਐਂਡ ਵਾਜ਼ ਸੈਂਡ ਟੂ ਅੰਡਾਮਾਨ ਜੇਲ੍ਹ, ਤੇ ਉਹਨਾਂ ਨੂੰ ਪੂਰੀ ਲਾਈਫ ਵਾਸਤੇ ਅੰਡਾਮਾਨ ਦੀ ਜੇਲ੍ਹ ਵਿੱਚ ਸੈਂਡ ਕਰ ਦਿੱਤਾ ਗਿਆ, ਭੇਜ ਦਿੱਤਾ ਗਿਆ। ਮੋਰ ਦੈਨ 30 ਫਰੋਮ ਦਾ ਲਾਹੌਰ ਸਪਲੀਮੈਂਟਰੀ ਕਨਸਪੀਰੇਸੀ ਕੇਸ ਐਂਡ ਮੈਂਡਲੇ ਕਨਸਪੀਰੇਸੀ ਕੇਸ ਫੋਲੋਡ ਲੇਟਰ। ਤੇ ਲਾਹੌਰ ਕਨਸਪੀਰੇਸੀ ਕੇਸ ਕਈ ਵਾਰੀ ਚੱਲਿਆ, ਤੇ ਉਸ ਜਿਹੜਾ ਅਗਲੀ ਵਾਰ ਚੱਲਿਆ ਉਹਨੂੰ ਲਾਹੌਰ ਸਪਲੀਮੈਂਟਰੀ ਕਨਸਪੀਰੇਸੀ ਕੇਸ ਕਿਹਾ ਗਿਆ, ਤੇ ਇੱਕ ਮੈਡਲੇ ਕਨਸਪੀਰੇਸੀ ਕੇਸ ਚੱਲਿਆ, ਤੇ ਉਹ ਦੋਨਾਂ ਕੇਸਾਂ ਵਿੱਚ 30 ਹੋਰ ਕੈਦੀਆਂ ਨੂੰ ਲੈ ਕੇ ਆਇਆ ਗਿਆ। Unlike the other groups of revolutionary prisoners, many among the Gadar prisoners were quite old। ਤੇ ਹੁਣ ਜਿਹੜੇ ਗਦਰੀ ਬਾਬੇ ਸੀਗੇ ਕਾਫੀ ਤੇ ਗਦਰ ਪ੍ਰਿਜ਼ਨਰ ਸੀਗੇ, ਤੇ ਉਹ ਕਾਫੀ ਜ਼ਿਆਦਾ ਓਲਡ ਸੀਗੇ। ਨਿਧਾਨ ਸਿੰਘ ਵਾਜ਼ 60 years old, ਕਹਿਰ ਸਿੰਘ 62, ਕਾਲਾ ਸਿੰਘ 55, ਗੁਰਦੀਪ ਸਿੰਘ 50, and a large number of them including ਬਾਬਾ ਸੋਹਨ ਸਿੰਘ ਭਕਨਾ were 45 years and above, ਵੀ ਕਾਫੀ ਵੱਡੀ ਉਮਰ ਦੇ ਸੀਗੇ। They were therefore addressed as ਬਾਬਾਸ with respect, ਤਾਂ ਉਹਨਾਂ ਨੂੰ ਰਿਸਪੈਕਟ ਦੇ ਨਾਲ ਇੱਜ਼ਤ ਮਾਣ ਦੇਣ ਲਈ ਬਾਬਾ ਕਿਹਾ ਜਾਂਦਾ ਹੈ। Given the highly inclement weather, the area infested with mosquitoes and blood-sucking leeches, and thoroughly bad and inadequate food, many were frequently sick with dysentery, high fever, tuberculosis and asthma। ਤੇ ਹੁਣ ਮੌਸਮ ਕਿਹੋ ਜਿਹਾ ਸੀਗਾ ਉੱਧਰ? ਜਿਵੇਂ ਹੁਣ ਸਾਡੀ ਗਲੋਸਰੀ ਵਿੱਚ ਵੀ ਲਿਖਿਆ ਇੰਕਲੀਮੈਂਟ ਦਾ ਅਰਥ ਹੁੰਦਾ ਨਾਟ ਪਲੈਜ਼ੈਂਟ ਜਾਂ ਕੋਲਡ, ਤੇ ਉੱਧਰ ਦਾ ਮੌਸਮ ਵਧੀਆ ਨਹੀਂ ਸੀਗਾ। ਤੇ ਏਰੀਆ ਵਾਜ਼ ਇਨਫੈਸਟਡ ਦਾ ਅਰਥ ਹੁੰਦਾ ਫੁੱਲ ਆਫ, ਵੀ ਭਰਿਆ ਹੋਇਆ। ਤੇ ਕਿਸ ਨਾਲ ਉਹ ਏਰੀਆ ਭਰਿਆ ਹੋਇਆ ਸੀਗਾ? ਮੋਸਕੀਟੋਸ, ਮੱਛਰਾਂ ਨਾਲ, ਐਂਡ ਬਲੱਡ ਸਕਿੰਗ ਲੀਚਿਸ ਹੁੰਦਾ ਜੌਂਕ, ਜੋ ਕਿ ਖੂਨ ਚੂਸਦੀਆਂ। ਤੇ ਮੌਸਮ ਉੱਧਰ ਦਾ ਠੀਕ ਨਹੀਂ ਹੈ, ਮੱਛਰ ਤੇ ਜੌਂਕਾਂ ਵੀ ਬਹੁਤ ਨੇ,
ਤੇ ਇਸ ਨਾਲ ਕੀ ਹੋ ਗਿਆ ਵੀ ਜਿਹੜੇ ਕਾਫੀ ਰੈਵੋਲੂਸ਼ਨਰੀ ਸੀਗੇ ਜਿਨ੍ਹਾਂ ਨੂੰ ਕੈਦ ਕੀਤਾ ਗਿਆ ਸੀਗਾ ਉਹ ਕਾਫੀ ਬਿਮਾਰ ਰਹਿੰਦੇ ਸੀਗੇ ਤੇ ਕਿਸੇ ਨੂੰ ਡਾਇਸੈਂਟਰੀ ਹੋ ਜਾਂਦੀ ਸੀਗੀ, ਪੇਚਿਸ਼ ਹੋ ਜਾਂਦੀ ਸੀਗੀ, ਹਾਈ ਫੀਵਰ, ਬੁਖਾਰ, ਟਿਊਬਰਕਲੋਸਿਸ ਤੇ ਅਸਥਮਾ, ਇਸ ਤਰ੍ਹਾਂ ਦੀਆਂ ਬਿਮਾਰੀਆਂ ਉਹ ਲੱਗਦੀਆਂ ਸੀਗੀਆਂ। ਵਰਕਿੰਗ ਔਨ ਆਇਲ ਮਿਲ ਕੋਲੂ ਟੂ ਐਕਸਟ੍ਰੈਕਟ a minimum of 30 pounds of coconut oil and pounding coconut husk to produce coir threads etc. constituted daily rounds of hard labor। ਹੁਣ ਅਸੀਂ ਗਲੋਸਰੀ ਵਿੱਚ ਦੇਖਦੇ ਹਾਂ ਕਿ ਕੋਲੂ ਦਾ ਕੀ ਮੀਨਿੰਗ ਹੈ। crude ruler device for extracting oil from seeds। This machine was pulled by bullocks। In place of bullocks, freedom fighters were forced to work as a device to punish and torture them। ਤੇ ਕੋਲੂ ਦੀ ਮਦਦ ਦੇ ਨਾਲ ਕੀ ਹੁੰਦਾ ਕਿ ਬੀਜਾਂ ਤੋਂ ਤੇਲ ਕੱਢਿਆ ਜਾਂਦਾ ਤੇ ਬਲਦਾਂ ਦੀ ਮਦਦ ਦੇ ਨਾਲ ਇਹ ਮਸ਼ੀਨਾਂ ਚੱਲਦੀ ਹੈ। ਬਟ ਹੁਣ ਬਲਦਾਂ ਦੇ ਬਦਲੇ ਫਰੀडम ਫਾਈਟਰ ਨੂੰ ਇੱਧਰ ਯੂਜ਼ ਕੀਤਾ ਜਾ ਰਿਹਾ ਸੀਗਾ ਕਾਲੇ ਪਾਣੀ ਦੀ ਜੇਲ੍ਹ ਵਿੱਚ ਤਾਂ ਕਿ ਉਹਨਾਂ ਨੂੰ ਪਨਿਸ਼ ਤੇ ਟੌਰਚਰ ਕੀਤਾ ਜਾ ਸਕੇ। ਤੇ ਹੁਣ ਤੁਸੀਂ ਇਹ ਮੰਨ ਸਕਦੇ ਹੋ ਵੀ ਕਿੰਨੇ ਜ਼ਿਆਦਾ ਜ਼ੁਲਮ ਹੈ ਉਹ ਕੀਤੇ ਜਾ ਰਹੇ ਸੀਗੇ। ਤੇ ਪਾਊਂਡ ਦਾ ਕੀ ਅਰਥ ਹੁੰਦਾ ਹੈ? ਦੀ ਬ੍ਰਿਟਿਸ਼ ਮੈਜਰ ਆਫ weight which is equal to 0.454 ਕਿਲੋਗ੍ਰਾਮ। ਤੇ ਇਹ ਸਾਨੂੰ ਦੱਸਿਆ ਗਿਆ ਨਾ ਵੀ 30 ਪਾਊਂਡ ਹੈ ਕੋਕੋਨਟ ਆਇਲ ਕੱਢਣਾ ਪੈਂਦਾ ਸੀਗਾ ਤੇ 30 × 0.454 ਵੀ ਇੰਨੇ ਕਿਲੋ ਆਇਲ ਇਹਨਾਂ ਨੂੰ ਡੇਲੀ ਕੱਢਣਾ ਪੈਂਦਾ ਸੀਗਾ। ਤੇ ਤੇਲ ਕੱਢਣ ਤੋਂ ਬਾਅਦ ਜਿਹੜਾ ਨਾਰੀਅਲ ਦਾ ਛਿੱਲੜ ਜਿਹੜਾ ਬਚ ਜਾਂਦਾ ਸੀਗਾ ਉਹਨੂੰ ਪਾਊਂਡ ਕਰਨਾ ਪੈਂਦਾ ਸੀਗਾ। ਪਾਊਂਡਿੰਗ ਦਾ ਅਰਥ ਇੱਥੇ ਉਹਨੂੰ ਕੁੱਟਣਾ ਪੈਂਦਾ ਸੀਗਾ। ਤੇ ਉਸ ਤੋਂ ਬਾਅਦ ਉਸ ਛਿੱਲੜ ਨੂੰ ਕੁੱਟ ਕੇ ਜਿਹੜੇ ਕੁਆਇਰ ਦੇ ਥ੍ਰੈਡਸ ਹੈ ਉਹ ਬਣਾਉਣੇ ਪੈਂਦੇ ਸੀਗੇ ਕਿ ਕਿੰਨਾ ਜ਼ਿਆਦਾ ਸਖਤ ਮਿਹਨਤ ਹੈ ਕਰਾਈ ਜਾਂਦੀ ਸੀਗੀ। If the quantity produced was less, filthy abuse, up to 30 lashes of a whip in public, loud cries and blood oozing from the skin were a part of patently revolting experience। ਹੁਣ ਦੱਸਿਆ ਗਿਆ ਕਿ ਜੇ ਉਹ ਘੱਟ ਕੁਆਂਟੀਟੀ ਪ੍ਰੋਡਿਊਸ ਕਰ ਪਾਣ, ਐਕਸਟ੍ਰੈਕਟ ਕਰ ਪਾਣ ਕੋਕੋਨਟ ਆਇਲ ਦੀ ਤੇ ਉਸ ਤੋਂ ਬਾਅਦ ਕੀ ਹੁੰਦਾ ਸੀਗਾ? ਫਿਲਥੀ ਅਬਿਊਜ਼। ਫਿਲਥੀ ਦਾ ਅਰਥ ਹੁੰਦਾ ਵੀ ਗੰਦੀ ਗਾਲਾਂ ਕੱਢੀਆਂ ਜਾਂਦੀਆਂ ਸੀਗੀਆਂ। ਅਪ ਟੂ 30 ਲੈਸ਼ਿਸ ਆਫ ਵਿਪ ਇਨ ਪਬਲਿਕ ਤੇ ਉਹਨਾਂ ਨੂੰ ਅਪ ਟੂ 30 ਤੱਕ ਚਾਬੁਕ ਮਾਰੇ ਜਾਂਦੇ ਸੀਗੇ ਉਹ ਵੀ ਪਬਲਿਕ ਦੇ ਵਿਚਕਾਰ ਸਰੇਆਮ ਚਾਬੁਕ ਮਾਰੇ ਜਾਂਦੇ ਸੀਗੇ। ਲਾਊਡ ਕਰਾਈਜ਼ ਵੀ ਬਹੁਤ ਉਹਨਾਂ ਦੀਆਂ ਚੀਖਾਂ ਨਿਕਲਦੀਆਂ ਸੀਗੀਆਂ ਤੇ ਬਲੱਡ ਓਜ਼ਿੰਗ ਫਰੋਮ ਦਾ ਸਕਿਨ ਵੀ ਸਕਿਨ ਤੋਂ ਬਲੱਡ ਵਗ ਰਿਹਾ ਸੀਗਾ। ਵਰ ਅ ਪਾਰਟ ਆਫ ਪੇਟੈਂਟਲੀ ਰਿਵੋਲਟਿੰਗ ਐਕਸਪੀਰੀਅੰਸ। ਤੇ ਇਹ ਸਪਸ਼ਟ ਰੂਪ 'ਤੇ ਦੇਖਣ ਵਾਲਾ ਕ੍ਰਾਂਤੀਕਾਰੀਆਂ ਦਾ ਵਿਦਰੋਹੀ ਤਜਰਬਾ ਸੀਗਾ। ਹੁਣ ਸਾਨੂੰ ਇਹ ਪਤਾ ਲੱਗਿਆ ਵੀ ਕਿੰਨਾ ਜ਼ਿਆਦਾ ਟੌਰਚਰ ਹੈ ਉਹ ਕੀਤਾ ਜਾ ਰਿਹਾ, ਬਲਦਾਂ ਵਾਂਗੂ ਕੰਮ ਕਰਾਇਆ ਜਾ ਰਿਹਾ, ਚਾਬੁਕ ਮਾਰੇ ਜਾ ਰਹੇ ਨੇ, ਗਾਲਾਂ ਕੱਢੀਆਂ ਜਾ ਰਹੀਆਂ ਨੇ। With each one of the patriotic prisoners confined to a small dingy cell, communication between the prisoners was totally disallowed। ਤੇ dingy ਦਾ ਅਰਥ ਹੁੰਦਾ ਹੈ ਡਾਰਕ ਐਂਡ ਡਰਟੀ। ਤੇ ਹਰ ਕੈਦੀ ਨੂੰ ਛੋਟੇ ਜਿਹੇ ਡਾਰਕ ਤੇ ਡਰਟੀ ਰੂਮ ਵਿੱਚ ਰੱਖਿਆ ਜਾਂਦਾ ਸੀਗਾ ਤੇ ਉਹਨਾਂ ਦੀ ਆਪਸੀ ਗੱਲਬਾਤ ਵੀ ਡਿਸਅਲਾਊਡ ਸੀਗੀ, ਆਪਸ ਵਿੱਚ ਗੱਲ ਕਰਨਾ ਵੀ ਅਲਾਉ ਨਹੀਂ ਸੀਗਾ। The recorded accounts of victims and eyewitnesses of over a dozen prominent revolutionaries such as Barin Ghosh, V.D. Savarkar, Trilokanath Chakrabarti, Sohan Singh Pakana, Basakha Singh, Udham Singh Kasel, Prithvi Singh Azad and others provided graphic and heart-rending details of vengeful methods of sadistic torture of political prisoners। ਤੇ ਹੁਣ ਪਤਾ ਕਿਸ ਤਰ੍ਹਾਂ ਲੱਗਾ ਵੀ ਇੰਨੇ ਜ਼ਿਆਦਾ ਜ਼ੁਲਮ ਹੋਏ ਕਾਲੇ ਪਾਣੀ ਦੀ ਕੈਦ ਵਿੱਚ ਤੇ ਇਸ ਦੇ ਨਾ ਰਿਕਾਰਡਡ ਅਕਾਊਂਟ ਅਵੇਲੇਬਲ ਨੇ। ਤੇ ਇਹ ਜਿਹੜੇ ਆਈ ਵਿਟਨੈਸ ਸੀਗੇ ਜਿਨ੍ਹਾਂ ਨੇ ਦੇਖਿਆ ਤੇ ਉਹਨਾਂ ਨੇ ਵੀ ਇਹ ਦੱਸਿਆ ਤੇ ਕਿਹੜੇ ਲੋਕਾਂ ਨੇ ਦੱਸਿਆ? ਬਰੀਨ ਘੋਸ਼, V.D. ਸਾਵਰਕਰ, त्रिलोकीनाथ चक्रवर्ती, सोहन सिंह पकना, वसाखा सिंह, उधम सिंह कसेल, ਪ੍ਰਿਥਵੀ ਸਿੰਘ ਆਜ਼ਾਦ ਤੇ ਕਈ ਹੋਰਾਂ ਨੇ ਸਾਨੂੰ ਇਹ ਦੱਸਿਆ ਤੇ ਇਹ ਦੱਸਿਆ ਵੀ ਕਿਸ ਤਰ੍ਹਾਂ ਟੌਰਚਰ ਹੈ ਪੋਲੀਟੀਕਲ ਪ੍ਰਿਜ਼ਨਰਸ ਦਾ ਕੀਤਾ ਜਾਂਦਾ ਸੀਗਾ। ਤੇ ਹੁਣ ਇੱਕ ਵਰਡ ਯੂਜ਼ ਆਇਆ ਗਲੋਸਰੀ ਵਿੱਚ ਵੈਂਗਫੁਲ ਤੇ ਇਸ ਦਾ ਅਰਥ ਕੀ ਹੁੰਦਾ? ਸ਼ੋਇੰਗ ਅ ਡਿਜ਼ਾਇਰ ਟੂ ਪਨਿਸ਼ ਸਮਬਡੀ ਹੂ ਹੈਜ਼ ਹਾਰਮਡ ਯੂ। ਤੇ ਇੱਕ ਹੋਰ ਵਰਡ ਹੈ ਸੈਡਿਸਟਿਕ ਤੇ ਉਸ ਦਾ ਅਰਥ ਕੀ ਹੈ ਕਿ ਪਲੇਜ਼ਰ ਆਬਟੇਨਡ ਬਾय ਹਰਟਿੰਗ ਅਦਰ ਪੀਪਲ, ਮੇਕਿੰਗ ਪੀਪਲ ਸਫਰ ਫਿਜ਼ੀਕਲ ਪੇਨ ਐਂਡ ਮੈਂਟਲ ਹੈਰੈਸਮੈਂਟ ਔਰ ਹਿਊਮਿਲੇਸ਼ਨ। ਤੇ ਹੁਣ ਸਾਨੂੰ ਇਹ ਪਤਾ ਲੱਗਿਆ ਵੀ ਉਹਨਾਂ ਕੈਦੀਆਂ ਨੂੰ ਕਿੰਨੇ ਜ਼ਿਆਦਾ ਤਸੀਹੇ ਦਿੱਤੇ ਜਾਂਦੇ ਸੀਗੇ। All the accounts refer to the jailer David Barry, the superintendent Murray and the chief commissioner as butchers and virtual progeny of the Satan। ਤੇ ਹੁਣ ਜਿਹੜੇ ਤਸੀਹੇ ਦਿੱਤੇ ਜਾ ਰਹੇ ਨੇ ਇਸ ਦੇ ਜ਼ਿੰਮੇਵਾਰ 3 ਲੋਕ ਨੇ। ਕਿਹੜੇ 3 ਲੋਕ? ਜੇਲਰ ਡੇਵਿਡ ਬੈਰੀ,
ਸੁਪਰੀਡੈਂਡੈਂਟ ਮਰੇ ਤੇ ਇੱਕ ਚੀਫ ਕਮਿਸ਼ਨਰ ਤੇ ਉਹਨਾਂ ਨੂੰ ਬੁੱਚਰ ਕਿਹਾ ਗਿਆ, ਕਸਾਈ ਕਿਹਾ ਗਿਆ ਐਂਡ ਵਰਚੁਅਲ ਪ੍ਰੋਗਨੀ ਆਫ ਦਾ ਸੈਟਨ। ਤੇ ਪ੍ਰੋਗਨੀ ਹੁੰਦਾ ਪਰਸਨ, ਚਿਲਡਰਨ ਐਂਡ ਗ੍ਰੈਂਡ ਚਿਲਡਰਨ ਤੇ ਸੈਟਨ ਦਾ ਅਰਥ ਹੁੰਦਾ ਸ਼ੈਤਾਨ, ਤੇ ਉਹ ਤਿੰਨਾਂ ਨੂੰ ਸ਼ੈਤਾਨ ਦੀ ਔਲਾਦ ਕਿਹਾ ਗਿਆ ਹੈ। Barin Ghosh, brother of Aurobindo Ghosh, convicted in Alipur conspiracy case, related how David Barry would address every new group of political prisoners, asking them to strictly follow the rules and orders. ਤੇ ਹੁਣ ਬਰੀਨ ਘੋਸ਼ ਜੋ ਕਿ ਅਰੋਬਿੰਦੋ ਘੋਸ਼ ਦਾ ਬ੍ਰਦਰ ਹੈ ਤੇ ਉਹ ਅਲੀਪੁਰ ਕਨਸਪੀਰੇਸੀ ਕੇਸ ਵਿੱਚ ਦੋਸ਼ੀ ਪਾਇਆ ਗਿਆ ਸੀਗਾ ਤੇ ਉਹਨੇ ਇਹ ਦੱਸਿਆ ਕਿ ਡੇਵਿਡ ਬੈਰੀ ਕਿਸ ਤਰ੍ਹਾਂ ਜੋ ਵੀ ਨਵਾਂ ਗਰੁੱਪ ਜਾਂਦਾ ਸੀਗਾ ਪੋਲੀਟੀਕਲ ਪ੍ਰਿਜ਼ਨਰਸ ਦਾ ਤੇ ਉਹਨਾਂ ਨੂੰ ਇਹ ਦੱਸਦਾ ਸੀਗਾ ਵੀ ਕਿਸ ਤਰ੍ਹਾਂ ਤੁਸੀਂ ਸਟ੍ਰਿਕਟਲੀ ਰੂਲਸ ਤੇ ਆਰਡਰਸ ਨੂੰ ਫੋਲੋ ਕਰਨਾ ਹੈ। ਇਫ ਯੂ ਡਿਸਓਬੇ ਮੀ ਮੇ ਗੋਡ ਹੈਲਪ ਯੂ, ਐਟ ਲੀਸਟ ਆਈ ਵਿਲ ਨਾਟ, ਦੈਟ ਇਜ਼ ਸਰਟਨ। ਰਿਮੈਂਬਰ ਆਲਸੋ ਦੈਟ ਗੋਡ ਡਜ਼ ਨਾਟ ਕਮ ਵਿਦਿਨ 3 miles of Port Blair. The red turbans you see there are warders, and those in black uniform are petty officers. You must obey them. ਤੇ ਇੱਥੇ ਕਿਹਾ ਗਿਆ ਕਿ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤੇ ਤੁਹਾਡੀ ਮਦਦ ਸਿਰਫ ਰੱਬ ਹੀ ਕਰ ਸਕਦਾ ਹੈ ਤੇ ਮੈਂ ਤਾਂ ਬਿਲਕੁਲ ਤੁਹਾਡੀ ਮਦਦ ਨਹੀਂ ਕਰਾਂਗਾ, ਇਹ ਤਾਂ ਗੱਲ ਸਰਟਨ ਹੈ। ਤੇ ਤੁਸੀਂ ਇਸ ਗੱਲ ਨੂੰ ਵੀ ਯਾਦ ਰੱਖੋ ਕਿ ਹੁਣ ਇਸ ਏਰੀਆ ਦੇ 3 ਮਾਈਲ ਹੁੰਦਾ 1.6 ਕਿਲੋਮੀਟਰ ਤੇ 3 ਮੀਲ ਹੋ ਗਏ 4.8 ਕਿਲੋਮੀਟਰ। ਤੇ ਇੱਥੇ ਕਿਹਾ ਗਿਆ ਕਿ ਇਸ ਏਰੀਆ ਦੇ 3 ਮੀਲ ਆਲੇ ਦੁਆਲੇ ਰੱਬ ਵੀ ਨਹੀਂ ਆ ਸਕਦਾ। ਇਨਡਾਇਰੈਕਟਲੀ ਉਹਨੇ ਇਹ ਕਿਹਾ ਕਿ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਮੇਰੇ ਤੋਂ ਕੋਈ ਨਹੀਂ ਬਚਾ ਸਕਦਾ ਤੇ ਰੱਬ ਵੀ ਤੁਹਾਨੂੰ ਮੇਰੇ ਤੋਂ ਨਹੀਂ ਬਚਾ ਸਕਦਾ, ਇਹ ਉਹ ਕਹਿ ਰਿਹਾ ਪ੍ਰਿਜ਼ਨਰਸ ਨੂੰ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਜਿਹੜੇ ਤੁਹਾਨੂੰ ਰੈੱਡ ਟਰਬਨ ਵਾਲੇ ਲਾਲ ਪੱਗ ਵਾਲੇ ਦਿਖ ਰਹੇ ਨੇ ਇਹ ਵਾਰਡਰ ਨੇ। ਤੇ ਵਾਰਡਰ ਕੌਣ ਹੁੰਦਾ? ਪ੍ਰਿਜ਼ਨ ਗਾਰਡ, ਜੋ ਕਿ ਰਾਖੀ ਕਰਦੇ ਨੇ ਕੈਦੀਆਂ ਦੀ। ਐਂਡ ਦੋਜ਼ ਇਨ ਬਲੈਕ ਯੂਨੀਫਾਰਮ ਆਰ ਪੈਟੀ ਆਫੀਸਰਸ, ਕਿ ਜਿਹੜੇ ਬਲੈਕ ਯੂਨੀਫਾਰਮ 'ਚ ਹੈ ਉਹ ਪੈਟੀ ਆਫੀਸਰਸ ਨੇ। ਪੈਟੀ ਆਫੀਸਰਸ ਦਾ ਅਰਥ ਹੈ ਛੋਟੇ ਮੋਟੇ ਕੰਮ ਕਰਨ ਵਾਲੇ। ਤੇ ਯੂ ਮਸਟ ਓਬੇ ਦੈਮ, ਤੁਸੀਂ ਉਹਨਾਂ ਦਾ ਕਹਿਣਾ ਮੰਨਣਾ। The warders, petty officers and jamadars who were appointed out of old hardcore criminals derived sadistic pleasure in torturing the political prisoners. ਤੇ ਉਸ ਤੋਂ ਬਾਅਦ ਕੀ ਹੈਗਾ ਕਿ ਜਿਹੜੇ ਵਾਰਡਰ ਸੀਗੇ, ਪੈਟੀ ਆਫੀਸਰ ਸੀਗੇ ਤੇ ਜਮਾਦਾਰ ਸੀਗੇ। ਤੇ ਜਮਾਦਾਰ ਦਾ ਅਰਥ ਹੁੰਦਾ ਜੂਨੀਅਰ ਆਫੀਸ਼ੀਅਲਸ ਇਨ ਜੇਲ। ਤੇ ਉਹ ਕਿੱਥੋਂ ਬਣਦੇ ਸੀਗੇ? ਅਪੋਇੰਟਡ ਆਊਟ ਆਫ ਓਲਡ ਹਾਰਡਕੋਰ ਕ੍ਰਿਮੀਨਲਸ, ਤੇ ਪੁਰਾਣੇ ਕੈਦੀਆਂ ਤੋਂ ਹੀ ਉਹਨਾਂ ਨੂੰ ਬਣਾਇਆ ਜਾਂਦਾ ਸੀਗਾ। ਡਿਰਾਈਵਡ ਸੈਡਿਸਟਿਕ ਪਲੇਜ਼ਰ ਇਨ ਟੌਰਚਰਿੰਗ ਦਾ ਪੋਲੀਟੀਕਲ ਪ੍ਰਿਜ਼ਨਰਸ, ਵੀ ਉਹਨਾਂ ਨੂੰ ਕੈਦੀਆਂ ਨੂੰ ਤੰਗ ਕਰਕੇ ਉਹਨਾਂ ਨੂੰ ਪੀੜਤ ਕਰਕੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਸੀਗਾ। ਬਰੀਨ ਘੋਸ਼ ਕਾਲਡ them smaller gods who would abuse, humiliate and ill-treat the political prisoners and made their life most miserable. ਬਰੀਨ ਘੋਸ਼ ਨੇ ਹੁਣ ਇਹਨਾਂ ਨੂੰ ਸਮੋਲਰ ਗੋਡ, ਛੋਟੇ ਦੇਵਤੇ ਕਿਹਾ ਕਿ ਜੋ ਕਿ ਉਹਨਾਂ ਨੂੰ ਅਬਿਊਜ਼ ਕਰਦੇ ਸੀਗੇ, ਗਾਲਾਂ ਕੱਢਦੇ ਸੀਗੇ ਤੇ ਉਹਨਾਂ ਨਾਲ ਚੰਗਾ ਵਿਵਹਾਰ ਨਹੀਂ ਸੀ ਕਰਦੇ ਤੇ ਹੁਣ ਕੈਦੀਆਂ ਦੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਦੁਖਦਾਈ ਬਣਾ ਦਿੰਦੇ ਸੀਗੇ। The stories that were smuggled out by Savarkar relating to young Nani Gopal sparing cries because of beastly whip lashing, his hunger strike that continued for 72 days, and the long strikes against tortures, the suicide committed by Indu Bhushan, and that of the highly educated Ulaskar Dutt, driven to insanity, raised a storm in the country's newspaper. ਤੇ ਹੁਣ ਸਾਵਰਕਰ ਦੇ ਦੁਆਰਾ ਕੁਝ ਸਟੋਰੀਆਂ ਜੇਲ੍ਹ ਤੋਂ ਬਾਹਰ ਆਈਆਂ ਵੀ, ਕੀ ਕਹਾਣੀਆਂ ਬਾਰੇ ਵੀ ਜੇਲ੍ਹ 'ਚ ਕਿੰਨਾ ਅਤਿਆਚਾਰ ਹੋ ਰਿਹਾ ਹੈ। ਤੇ ਯੰਗ ਨਾਨੀ ਗੋਪਾਲ, ਛੋਟੀ ਉਮਰ ਦਾ ਨਾਨੀ ਗੋਪਾਲ ਹੈ, ਪੀਅਰਸਿੰਗ ਕਰਾਈਸ, ਵੀ ਉਹਨੂੰ ਇੰਨਾ ਜ਼ਿਆਦਾ ਮਾਰਿਆ ਜਾ ਰਿਹਾ ਕਿ ਉਹ ਦਰਦਨਾਕ ਚੀਕਾਂ ਨਿਕਲ ਰਹੀਆਂ ਬਿਕੋਜ਼ ਆਫ ਬੀਸਟਲੀ ਵਿਪਲੈਸ਼ਨ। ਵੀ ਜਿਵੇਂ ਜਾਨਵਰਾਂ ਨੂੰ ਚਾਬੁਕ ਮਾਰਿਆ ਜਾਂਦਾ ਉਸ ਤਰ੍ਹਾਂ ਯੰਗ ਛੋਟੀ ਉਮਰ ਦੇ ਨਾਨੀ ਗੋਪਾਲ ਨੂੰ ਚਾਬੁਕ ਮਾਰਿਆ ਜਾ ਰਿਹਾ ਤੇ ਉਹਦੀ ਬਹੁਤ ਚੀਕਾਂ ਨਿਕਲ ਰਹੀਆਂ। ਹਿਸ ਹੰਗਰ ਸਟ੍ਰਾਈਕ ਦੈਟ ਕੰਟੀਨਿਊਡ ਫॉर 72 ਡੇਜ਼, ਤੇ ਉਸ ਦੀ ਭੁੱਖ ਹੜਤਾਲ ਹੈ ਜਿਹੜੀ 72 ਦਿਨ ਚੱਲੀ। ਤੇ ਉਸ ਤੋਂ ਬਾਅਦ ਗੱਲ ਕੀਤੀ ਗਈ ਇੰਦੂ ਭੂਸ਼ਣ ਦੀ, ਜਿਹਨੇ ਸੁਸਾਈਡ ਕਰ ਲਿਆ ਸੀਗਾ। ਕਾਫੀ ਜ਼ਿਆਦਾ ਉਹਨੂੰ ਟੌਰਚਰ ਕੀਤਾ ਗਿਆ, ਫਿਰ ਉਹਨੇ ਸੁਸਾਈਡ ਕਰ ਲਿਆ। ਤੇ ਇਹ ਟੌਰਚਰ ਦੇ ਕਾਰਨ ਇੱਕ ਹਾਈਲੀ ਐਜੂਕੇਟਿਡ, ਕਾਫੀ ਪੜ੍ਹਿਆ ਲਿਖਿਆ ਉਲਾਸਕਰ ਦੱਤ ਹੈ, ਉਹ ਡਰਿਵਨ ਟੂ ਇਨਸੈਨਿਟੀ, ਵੀ ਉਹ ਪਾਗਲ ਹੀ ਹੋ ਗਿਆ। ਤੇ ਹੁਣ ਇਹ ਗੱਲਾਂ ਅਖਬਾਰਾਂ ਵਿੱਚ ਆ ਗਈਆਂ ਸਾਵਰਕਰ ਦੇ ਥਰੂ। ਔਨ ਅਰਾਈਵਲ ਦੇਅਰ ਦ ਗਦਰਾਈਟਸ learned about the sufferings, the hard struggles of resistance, and also the minor relaxations gained by the Bengali and Marathi political prisoners. ਤੇ ਹੁਣ ਆਪ ਸਾਰਿਆਂ ਨੂੰ ਪਤਾ ਹੀ ਹੈ ਵੀ ਗਦਰੀ ਬਾਬਿਆਂ ਦੇ ਆਉਣ ਤੋਂ ਪਹਿਲਾਂ ਉੱਧਰ ਬੰਗਾਲੀ ਤੇ ਮਰਾਠੀ ਪੋਲੀਟੀਕਲ ਪ੍ਰਿਜ਼ਨਰ ਪਹਿਲਾਂ ਤੋਂ ਹੀ ਸੀਗੇ। ਤੇ ਹੁਣ ਗਦਰਾਈਟਸ, ਜਿਸ ਦਾ ਅਰਥ ਹੈ ਗਦਰੀ ਬਾਬਿਆਂ ਨੂੰ ਉੱਧਰ ਆ ਕੇ ਪਤਾ ਚੱਲਿਆ ਵੀ ਜਿਹੜੇ ਬੰਗਾਲੀ ਤੇ ਮਰਾਠੀ ਪੋਲੀਟੀਕਲ ਪ੍ਰਿਜ਼ਨਰਸ ਹੈ ਤੇ ਉਹਨਾਂ ਨੂੰ ਉਹਨਾਂ ਦੀ ਸਫਰਿੰਗ ਦੇ ਬਾਰੇ ਪਤਾ ਚੱਲਿਆ ਵੀ ਉਹਨਾਂ ਨੂੰ ਕਿੰਨਾ ਤੰਗ ਕੀਤਾ ਜਾ ਰਿਹਾ।
द हार्ड स्ट्रगल्स ऑफ रेजिस्टेंस, उन्होंने ਦੇ ਵਿਦਰੋਹ ਦੇ ਬਾਰੇ ਪਤਾ ਚੱਲਿਆ ਤੇ ਛੋਟੀ ਛੋਟੀ ਗੱਲਾਂ ਦੀ ਜਿੰਨਾ ਜਿਹੜੀ ਉਹਨਾਂ ਨੂੰ ਛੂਟ ਦਿੱਤੀ ਗਈ ਸੀਗੀ ਉਸ ਦੇ ਬਾਰੇ ਇਹਨਾਂ ਨੂੰ ਪਤਾ ਚੱਲਿਆ। Right in the beginning, the Gadraites resolved not to suffer any indignity or abuse without a determined retaliation। ਤੇ ਹੁਣ ਰਿਟੈਲੀਏਸ਼ਨ ਦਾ ਅਰਥ ਗਲੋਸਰੀ ਵਿੱਚ ਵੀ ਲਿਖਿਆ ਐਕਸ਼ਨ ਡੈਟ ਅ ਪਰਸਨ ਟੇਕਸ ਅਗੇਂਸਟ ਸਮਬਡੀ ਹੂ ਹੈਜ਼ ਹਾਰਮਡ ਹਿਮ ਇਨ ਸਮ ਵੇ। ਤੇ ਹੁਣ ਇਸ ਲਾਈਨ ਦਾ ਅਰਥ ਹੈ ਕਿ ਇਨ ਦਾ ਬਿਗਨਿੰਗ ਸ਼ੁਰੂਆਤ ਤੋਂ ਹੀ ਦ ਗਦਰਾਈਟਸ ਰਿਜ਼ੋਰਟ ਕਿ ਗਦਰੀ ਬਾਬਿਆਂ ਨੇ ਨਿਸ਼ਚਾ ਕੀਤਾ not to suffer any indignity। ਇੰਡੀਗਨਿਟੀ ਦਾ ਅਰਥ ਹੁੰਦਾ ਬੇਇੱਜ਼ਤੀ, ਜਿਵੇਂ ਡਿਗਨਿਟੀ ਦਾ ਅਰਥ ਹੁੰਦਾ ਇੱਜ਼ਤ ਤੇ ਇੰਡੀਗਨਿਟੀ ਦਾ ਅਰਥ ਹੈ ਬੇਇੱਜ਼ਤੀ। ਵੀ ਸਾਡੀ ਕੋਈ ਬੇਇੱਜ਼ਤੀ ਕਰੇ ਅਸੀਂ ਉਹ ਕੋਈ ਸਫਰ ਨਹੀਂ ਕਰਾਂਗੇ, ਅਸੀਂ ਕੋਈ ਬੇਇੱਜ਼ਤੀ ਨਹੀਂ ਸਹਾਂਗੇ। ਔਰ ਅਬਿਊਜ਼ ਵਿਦਆਊਟ ਅ ਡਿਟਰਮਿਨਡ ਰਿਟੈਲੀਏਸ਼ਨ। ਤੇ ਹੁਣ ਇਸ ਦਾ ਅਰਥ ਹੈ ਕਿ ਅਸੀਂ ਕੋਈ ਬੇਇੱਜ਼ਤੀ ਨਹੀਂ ਸਹਾਂਗੇ, ਕੋਈ ਅਬਿਊਜ਼ ਨਹੀਂ ਸਹਾਂਗੇ ਤੇ ਅਸੀਂ ਇਸ ਦਾ ਵਿਰੋਧ ਕਰਾਂਗੇ। When Paramanand Jhansi was abused and threatened by jailer Barry for not producing the required quantity of oil, Jhansi retaliated and hit the jailer। ਤੇ ਹੁਣ ਅਸੀਂ ਪਹਿਲਾਂ ਪੜ੍ਹਿਆ ਸੀਗਾ ਵੀ ਜਿਹੜੇ ਵੀ ਪ੍ਰਿਜ਼ਨਰ ਸੀਗੇ, ਕੈਦੀ ਸੀਗੇ ਤੇ ਉਹਨਾਂ ਤੋਂ ਤੇਲ ਕਢਵਾਇਆ ਜਾਂਦਾ ਸੀਗਾ ਤੇ ਜੇ ਉਹ ਰਿਕੁਆਇਰਡ ਕੁਆਂਟਿਟੀ ਨਾ ਕੱਢ ਪਾਉਣ ਤੇਲ ਦੀ ਤਾਂ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀਗਾ। ਤੇ ਹੁਣ ਉਹੀ ਗੱਲ ਹੋਈ ਕਿ ਪਰਮਾਨੈਂਟ ਝਾਂਸੀ ਉਹ ਰਿਕੁਆਇਰਡ ਕੁਆਂਟਿਟੀ ਆਇਲ ਦੀ ਪ੍ਰੋਡਿਊਸ ਨਾ ਕਰ ਸਕੇ ਤੇ ਜਿਹੜਾ ਜੇਲਰ ਬੈਰੀ ਹੈ ਉਹਨਾਂ ਨੂੰ ਅਬਿਊਜ਼ ਕਰਨ ਲੱਗਿਆ ਤੇ ਉਹਨਾਂ ਨੂੰ ਧਮਕਾਉਣ ਲੱਗਿਆ। ਤੇ ਉਸ ਤੋਂ ਬਾਅਦ ਝਾਂਸੀ ਨੇ ਵਿਦਰੋਹ ਕੀਤਾ ਤੇ ਜੇਲਰ ਨੂੰ ਹੀ ਵਾਪਸ ਹਿੱਟ ਕੀਤਾ। ਐਜ਼ ਦਾ ਜੇਲਰ ਫੈਲ ਡਾਊਨ ਝਾਂਸੀ ਵਾਜ਼ ਮਰਸੀਲੈਸਲੀ ਬੀਟਨ ਬਾਏ ਦਾ ਵਾਰਡਰਸ। ਤੇ ਹੁਣ ਜਦੋਂ ਜੇਲਰ ਨੂੰ ਉਹਨੇ ਮਾਰਿਆ ਪਰਮਾਨੈਂਟ ਝਾਂਸੀ ਨੇ ਤਾਂ ਜੇਲਰ ਹੈ ਬੈਰੀ ਉਹ ਥੱਲੇ ਡਿੱਗ ਪਿਆ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਝਾਂਸੀ ਨੂੰ ਜੇਲ੍ਹ ਦੇ ਵਾਰਡਰਸ ਨੇ ਮਰਸੀਲੈਸਲੀ ਬਿਨਾਂ ਰਹਿਮ ਤੋਂ ਬਹੁਤ ਜ਼ਿਆਦਾ ਕੁੱਟਿਆ। The fall of the demigod and the horrendous torture of Jhansi created quite a stir in the small world of the jail। ਤੇ ਇਸ ਤੋਂ ਬਾਅਦ ਕਿਹਾ ਗਿਆ ਕਿ ਜਦੋਂ ਡੈਮੀਗੋਡ ਡਿੱਗ ਗਿਆ ਤੇ ਡੈਮੀਗੋਡ ਦਾ ਵੈਸੇ ਅਰਥ ਹੁੰਦਾ ਕਿ ਇਹ ਇੱਕ ਮੈਥੋਲੋਜੀਕਲ ਕਰੈਕਟਰ ਹੈ। ਇਸ ਦਾ ਅਰਥ ਹੁੰਦਾ ਵੀ ਅੱਧਾ ਇਨਸਾਨ ਤੇ ਅੱਧਾ ਭਗਵਾਨ। ਤੇ ਇੱਥੇ ਡੈਮੀਗੋਡ ਕਿਸ ਨੂੰ ਕਿਹਾ ਗਿਆ? ਜੇਲਰ ਬੈਰੀ ਨੂੰ ਕਿਹਾ ਗਿਆ। ਤੇ ਇੱਥੇ ਕਿਹਾ ਗਿਆ ਕਿ ਜਦੋਂ ਜੇਲਰ ਬੈਰੀ ਡਿੱਗਿਆ, ਡੈਮੀਗੋਡ ਡਿੱਗਿਆ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਝਾਂਸੀ ਨੂੰ ਹੌਰੈਂਡਸ ਟੌਰਚਰ ਹੈ ਉਹ ਕੀਤਾ ਗਿਆ। ਤੇ ਹੌਰੈਂਡਸ ਦਾ ਮਤਲਬ ਹੁੰਦਾ ਐਕਸਟ੍ਰੀਮਲੀ ਸ਼ੌਕਿੰਗ, ਹੌਰੀਫਾਈਂਗ, ਡਰਾਉਣ ਵਾਲਾ, ਵੀ ਉਸ ਨੂੰ ਬਹੁਤ ਜ਼ਿਆਦਾ ਟੌਰਚਰ ਹੈ ਉਹ ਕੀਤਾ ਗਿਆ। ਤੇ ਇਟ ਕ੍ਰੀਏਟਡ ਕੁਆਇਟ ਅ ਸਟਰ ਇਨ ਦਾ ਸਮਾਲ ਵਰਲਡ ਆਫ ਦਾ ਜੇਲ। ਤੇ ਉਸਨੇ ਜੇਲ ਦੀ ਛੋਟੀ ਜਿਹੀ ਦੁਨੀਆ ਵਿੱਚ ਕਾਫੀ ਹਲਚਲ ਪੈਦਾ ਕਰਤੀ। ਇਨ ਅਨਦਰ ਕੇਸ ਆਫ ਰਿਟੈਲੀਏਸ਼ਨ ਅਗੇਂਸਟ ਸੀਵੀਅਰ ਕਰੂਐਲਿਟੀ when Chattar Singh slapped the superintendent Murray hard, he was put in a cage with standing bar chains। ਤੇ ਹੁਣ ਚੱਤਰ ਸਿੰਘ ਨਾਂ ਦੇ ਗਦਰੀ ਬਾਬੇ ਦੇ ਉੱਪਰ ਅਤਿਆਚਾਰ ਕੀਤਾ ਗਿਆ ਤੇ ਉਹਨੇ ਕੀ ਕੀਤਾ? ਰਿਟੈਲੀਏਟ ਕੀਤਾ ਤੇ ਉਹਨੇ ਸੁਪਰਿੰਟੈਂਡੈਂਟ ਮਰੇ ਨੂੰ ਥੱਪੜ ਮਾਰਿਆ ਤੇ ਉਸਨੂੰ ਫਿਰ ਇੱਕ ਕੇਜ ਪਿੰਜਰੇ ਵਿੱਚ ਰੱਖ ਦਿੱਤਾ ਗਿਆ ਵਿਦ ਸਟੈਂਡਿੰਗ ਬਾਰ ਚੇਨ। ਤੇ ਹੁਣ ਸਟੈਂਡਿੰਗ ਬਾਰ ਚੇਨਸ ਦਾ ਅਰਥ ਇੱਥੇ ਹੈ ਕਿ ਹੁਣ ਜੰਜੀਰਾਂ ਨਾਲ ਜਕੜ ਕੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਬੰਦ ਕੀਤਾ ਕਿ ਉਹ ਬੈਠ ਵੀ ਨਾ ਸਕਣ, ਵੀ ਉਹਨਾਂ ਨੂੰ ਹਮੇਸ਼ਾ ਖੜਾ ਹੀ ਰਹਿਣਾ ਪੈਣਾ ਸੀਗਾ। ਭਾਨ ਸਿੰਘ ਵਾਜ਼ ਬੀਟਨ ਸੋ ਹਾਰਡ ਡੈਟ ਹੀ ਡਾਈਡ ਇਨ ਦਾ ਹਸਪੀਟਲ। ਤੇ ਭਾਨ ਸਿੰਘ ਨੂੰ ਇੰਨਾ ਜ਼ਿਆਦਾ ਕੁੱਟਿਆ ਗਿਆ ਕਿ ਉਹਨੇ ਹਸਪੀਟਲ ਵਿੱਚ ਦਮ ਤੋੜਤਾ। ਰੈਜ਼ਿਸਟੈਂਸ ਐਂਡ ਮੋਸਟ ਕਰੂਅਲ ਪਨਿਸ਼ਮੈਂਟ ਕਿਲਡ ਰਾਮ ਰਾਖਾ ਵਿਦਿਨ 2 months ਆਫ ਹਿਸ ਅਰਾਈਵਲ ਦੇਅਰ। ਤੇ ਇਸ ਤੋਂ ਬਾਅਦ ਜ਼ਿਕਰ ਕੀਤਾ ਗਿਆ ਰਾਮ ਰਾਖਾ ਜੀ ਦਾ। ਤੇ ਕੀ ਹੋਇਆ ਕਿ ਉਹਨਾਂ ਨੂੰ ਆਏ ਹੋਏ ਥੋੜ੍ਹਾ ਹੀ ਸਮਾਂ ਹੋਇਆ ਸੀਗਾ ਤੇ ਉਹਨਾਂ ਦੇ ਖਿਲਾਫ ਵੀ ਕਾਫੀ ਅਤਿਆਚਾਰ ਹੋਇਆ ਜਿਸ ਦਾ ਉਹਨਾਂ ਨੇ ਵਿਰੋਧ ਕੀਤਾ, ਰੈਜ਼ਿਸਟੈਂਸ ਕੀਤਾ। ਤੇ ਫਿਰ ਇੰਨਾ ਜ਼ਿਆਦਾ ਇਹਨਾਂ ਨੂੰ ਮਾਰਿਆ ਗਿਆ ਕਿ 2 ਮਹੀਨੇ ਦੇ ਅੰਦਰ ਅੰਦਰ ਇਹਨਾਂ ਦੀ ਮੌਤ ਹੋ ਗਈ। ਮਤਲਬ ਕਿ ਜਦੋਂ ਇਹ ਜੇਲ੍ਹ ਵਿੱਚ ਆਏ ਤੇ 2 ਮਹੀਨੇ ਦੇ ਅੰਦਰ ਅੰਦਰ ਇਹਨਾਂ ਦੀ ਮੌਤ ਹੋ ਗਈ। ਆਲ ਟੂਗੈਦਰ 8 ਗਦਰਾਈਟਸ lost their lives in cellular jail। ਤੇ ਟੋਟਲ 8 ਗਦਰੀ ਬਾਬਿਆਂ ਦੀ ਜਿਹੜੀ ਸੈਲੂਲਰ ਜੇਲ੍ਹ ਵਿੱਚ ਆ ਮੌਤ ਹੋ ਗਈ ਸੀ। But they continued repeated strikes from work and hunger strikes led by Baba Sohan Singh Pakna, Prithvi Singh, Uddam Singh Kasel and Vasakha Singh, joined by 25 others for their rights as political prisoners and in defense of their fellows। ਤੇ ਹੁਣ 8 ਗਦਰੀ ਬਾਬਿਆਂ ਦੀ ਮੌਤ ਤੋਂ ਬਾਅਦ ਵੀ ਇਹਨਾਂ ਨੇ ਜਿਹੜੀ ਹੜਤਾਲਾਂ ਹੈ, ਭੁੱਖ ਹੜਤਾਲ ਹੈ, ਜਾਰੀ ਰੱਖੀ। ਤੇ ਇਸ ਦੀ ਅਗਵਾਈ ਕਿਸ ਨੇ ਕੀਤੀ ਇਸ ਹੜਤਾਲ ਦੀ? ਬਾਬਾ ਸੋਹਨ ਸਿੰਘ ਭਕਨਾ, ਪ੍ਰਿਥਵੀ ਸਿੰਘ, ਉਦਮ ਸਿੰਘ ਕਸੇਲ ਐਂਡ ਵਸਾਖਾ ਸਿੰਘ ਤੇ ਹੋਰ 25 ਲੋਕਾਂ ਨੇ ਇਹਨਾਂ ਨੂੰ ਜੁਆਇਨ ਕੀਤਾ। ਤੇ ਕਿਸ ਲਈ ਇਹ ਹੜਤਾਲ ਸੀ? ਫॉर देयर ਰਾਈਟਸ ਐਜ਼ ਪੋਲੀਟੀਕਲ ਪ੍ਰਿਜ਼ਨਰਸ। ਤੇ ਦੋਸਤੋ ਭਾਵੇਂ ਕੋਈ ਕੈਦੀ ਹੈ ਬਟ ਹੈ ਤੇ ਉਹ ਇੱਕ ਇਨਸਾਨ ਨਹੀਂ, ਤੇ ਉਹ ਆਪਣੇ ਹੱਕ ਵਾਸਤੇ ਉਹਨਾਂ ਨੇ ਇਹ ਸਟ੍ਰਾਈਕ ਹੈ ਉਹ ਰੱਖੀ।
ਸਟ੍ਰਾਈਕ ਰੱਖੀ ਤਾਂ ਕਿ ਕੈਦੀਆਂ ਨੂੰ ਆਪਣੇ ਹੱਕ ਮਿਲਣ, ਉਹਨਾਂ ਤੇ ਜ਼ੁਲਮ ਤੇ ਅਤਿਆਚਾਰ ਨਾ ਹੋਵੇ। ਐਟ ਵਨ ਟਾਈਮ ਦ ਨੰਬਰ ਹੂ ਜੁਆਇਨ ਦ ਸਟ੍ਰਾਈਕ ਰੋਜ਼ ਟੂ ਅਬਾਊਟ 100 ਤੇ ਇੱਕ ਵਾਰੀ ਤਾਂ ਇਹ ਹੋ ਗਿਆ ਸੀਗਾ ਕਿ 100 ਲੋਕਾਂ ਨੇ ਇਕੱਠੇ ਹੀ ਹੜਤਾਲ ਰੱਖ ਲਈ। ਔਨ ਅ ਲੌਂਗ ਹੰਗਰ ਸਟ੍ਰਾਈਕ ਜੋਤਿਸ਼ ਚੰਦਰਪਾਲ ਪਾਸਡ ਬਲੱਡ ਇਨ ਸਟੂਲ, refused to relent and after a month went totally mad and was removed to mental hospital। ਤੇ ਹੁਣ ਜਿਹੜੀ ਹੰਗਰ ਸਟ੍ਰਾਈਕ ਹੈ, ਭੁੱਖ ਹੜਤਾਲ ਹੈ, ਕਾਫੀ ਦਿਨਾਂ ਤੱਕ ਚੱਲੀ ਤੇ ਉਸ ਵਿੱਚ ਕੀ ਹੋਇਆ, ਜੋਤਿਸ਼ ਚੰਦਰਪਾਲ ਸੀਗੇ ਪਾਸਡ ਬਲੱਡ ਇਨ ਸਟੂਲ ਕਿ ਕਾਫੀ ਦਿਨ ਤੱਕ ਭੁੱਖ ਹੜਤਾਲ 'ਤੇ ਸੀਗੇ ਤੇ ਉਹਨਾਂ ਦੇ ਸਟੂਲ ਵਿੱਚ ਹੈ ਬਲੱਡ ਆ ਗਿਆ। ਤੇ refused to relent ਕਿ ਉਹਨੇ ਫਿਰ ਵੀ ਹਾਰ ਨਹੀਂ ਮੰਨੀ ਤੇ ਭੁੱਖ ਹੜਤਾਲ ਜਾਰੀ ਰੱਖੀ। ਐਂਡ ਆਫਟਰ ਅ ਮੰਥ ਵੈਂਟ ਟੋਟਲੀ ਮੈਡ ਤੇ ਕੀ ਹੋ ਗਿਆ ਕਿ 1 ਮਹੀਨੇ ਬਾਅਦ ਉਹ ਪਾਗਲ ਹੋ ਗਏ। ਐਂਡ ਵਾਜ਼ ਮੂਵਡ ਟੂ ਅ ਮੈਂਟਲ ਹਸਪੀਟਲ, ਫਿਰ ਉਹਨਾਂ ਨੂੰ ਮੈਂਟਲ ਹਸਪੀਟਲ ਲੈ ਜਾਇਆ ਗਿਆ। ਪ੍ਰਿਥਵੀ ਸਿੰਘ ਕੰਟੀਨਿਊਡ ਦ ਹੰਗਰ ਸਟ੍ਰਾਈਕ ਫॉर 4 months ਰੈਜ਼ਿਸਟਿੰਗ ਐਂਟਰੀਟੀਜ਼ ਈਵਨ ਬਾਈ ਦ ਬੈਸਟ ਫਰੈਂਡਸ। ਤੇ ਇੱਕ ਹੋਰ ਗਦਰੀ ਬਾਬੇ ਦਾ ਜ਼ਿਕਰ ਹੈ, ਉਹਨਾਂ ਦਾ ਨਾਮ ਪ੍ਰਿਥਵੀ ਸਿੰਘ ਤੇ ਉਹਨਾਂ ਨੇ 4 ਮਹੀਨੇ ਭੁੱਖ ਹੜਤਾਲ ਜਾਰੀ ਰੱਖੀ। ਤੇ ਐਂਟਰੀਟੀਜ਼ ਦਾ ਅਰਥ ਹੁੰਦਾ ਹੈ ਸੀਰੀਅਸ ਔਰ ਇਮੋਸ਼ਨਲ ਰਿਕੁਐਸਟ। ਤੇ ਉਹਨਾਂ ਦੇ ਹੋਰ ਸਾਥੀਆਂ ਨੇ, ਬੈਸਟ ਫਰੈਂਡਸ ਨੇ, ਉਹਨਾਂ ਦੇ ਦੋਸਤਾਂ ਨੇ ਵੀ ਉਹਨਾਂ ਨੂੰ ਕਿਹਾ ਵੀ ਭੁੱਖ ਹੜਤਾਲ ਨੂੰ ਤੁਸੀਂ ਛੱਡੋ, ਪਰ ਉਹਨਾਂ ਨੇ ਭੁੱਖ ਹੜਤਾਲ ਜਾਰੀ ਰੱਖੀ। ਨੈਵਰ ਇਨ ਦ ਹਿਸਟਰੀ ਆਫ ਦ ਅੰਡਾਮਾਨਸ ਹੈਡ ਅ ਸਟ੍ਰਾਈਕ ਔਨ ਸੱਚ ਅ ਲਾਰਜ ਸਕੇਲ ਬੀਨ ਆਰਗੇਨਾਈਜ਼ਡ ਔਰ ਲਾਸਟਡ ਫॉर ਸੱਚ ਅ ਲੌਂਗ ਟਾਈਮ। ਤੇ ਅੰਡਾਮਾਨ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀਗਾ ਕਿ ਇੰਨੇ ਲਾਰਜ ਸਕੇਲ ਤੇ, ਕਿ ਬਹੁਤ ਵੱਡੇ ਪੱਧਰ ਤੇ ਜਿਹੜੀ ਸਟ੍ਰਾਈਕ ਹੈ ਉਹ ਚੱਲੀ, ਹੜਤਾਲ ਚੱਲੀ ਤੇ ਕਾਫੀ ਜ਼ਿਆਦਾ ਸਮੇਂ ਤੱਕ ਹੈ ਚੱਲੀ। It was a measure of such resistance that jail authorities were forced to discontinue some of the practices of bad treatment of political prisoners। ਇਸ ਵਿਰੋਧ ਦਾ ਅਸਰ ਇਹ ਹੋਇਆ, it was a measure of such resistance ਕਿ ਜੇਲ ਅਥਾਰਟੀ, ਕਿ ਜੇਲ ਦੀ ਅਥਾਰਟੀ, ਤੇ ਜੇਲ ਅਥਾਰਟੀ ਕੌਣ ਹੈ, ਜੇਲਰ ਡੇਵਿਡ ਬੈਰੀ, ਸੁਪਰੀਡੈਂਡੈਂਟ ਮਰੇ ਤੇ ਚੀਫ ਕਮਿਸ਼ਨਰ, ਤੇ ਇਸ ਤੋਂ ਇਲਾਵਾ ਵਾਰਡਰਸ, ਪੈਟੀ ਆਫੀਸਰਸ ਤੇ ਜਮਾਦਾਰ। ਤੇ ਉਹ ਮਜਬੂਰ ਹੋ ਗਏ ਮਾਰਾ ਵਤੀਰਾ ਛੱਡਣ ਲਈ, ਜਿਹੜਾ ਉਹ ਮਾੜਾ ਵਰਤਾਵ ਕਰਦੇ ਸੀਗੇ ਪ੍ਰਿਜ਼ਨਰਸ ਦੇ, ਪੋਲੀਟੀਕਲ ਪ੍ਰਿਜ਼ਨਰਸ ਦੇ ਨਾਲ, ਤੇ ਉਹ ਛੱਡਣ ਨੂੰ ਉਹ ਮਜਬੂਰ ਹੋ ਗਏ। ਦ ਡਿਟਰਮਿਨਡ ਕਲੈਕਟਿਵ ਰੈਜ਼ਿਸਟੈਂਸ ਇਨ ਦ ਫੇਸ ਆਫ ਹੌਰੀਬਲ ਸਫਰਿੰਗ ਕ੍ਰੀਏਟਿਡ ਲੈਜੈਂਡਰੀ ਸਟੋਰੀਜ਼ ਆਫ ਦੇਅਰ ਸਟਰਗਲ। ਇਹ ਨਿਸ਼ਚੇ ਕਰਕੇ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਹੈ ਸਟਰਗਲ ਕੀਤਾ ਸੀਗਾ, ਵਿਦਰੋਹ ਕੀਤਾ ਸੀਗਾ। ਤੇ ਕਿਸ ਦੇ ਖਿਲਾਫ ਵਿਦਰੋਹ ਕੀਤਾ ਸੀਗਾ, ਅਗੇਂਸਟ ਹੌਰੀਬਲ ਸਫਰਿੰਗ, ਵੀ ਜਿਹੜਾ ਇਹਨਾਂ ਨੂੰ ਜਿਹੜਾ ਮਾੜਾ ਵਤੀਰਾ ਕੀਤਾ ਜਾ ਰਿਹਾ ਸੀਗਾ ਉਸ ਦੇ ਖਿਲਾਫ ਇਹਨਾਂ ਨੇ ਵਿਦਰੋਹ ਕੀਤਾ ਸੀਗਾ। ਤੇ ਇਸਨੇ ਕੀ ਪੈਦਾ ਕੀਤਾ, ਕ੍ਰੀਏਟਿਡ ਲੈਜੈਂਡਰੀ ਸਟੋਰੀਜ਼ ਆਫ ਦੇਅਰ ਸਟਰਗਲ। ਹੁਣ ਲੈਜੈਂਡਰੀ ਦਾ ਅਰਥ ਗਲੋਸਰੀ ਵਿੱਚ ਲਿਖਿਆ ਹੋਇਆ ਵੈਰੀ ਫੇਮਸ ਐਂਡ ਟਾਕਡ ਅਬਾਊਟ ਅ ਲੋਟ। ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਉਹਨਾਂ ਦੇ ਸਟਰਗਲ ਦੀਆਂ ਚੱਲ ਪਈਆਂ। ਸਿੰਗਿੰਗ ਵੰਦੇ ਮਾਤਰਮ ਐਂਡ ਪੈਟਰੀਓਟਿਕ ਸੌਂਗਸ, reciting Gurbani and taking harshest physical punishments in their stride. It was like making of a new culture of dignity, of fighting brutal forces with soul force until they were either released in 1921 or transferred to jails on the mainland। ਤੇ ਇਸ ਦਾ ਅਰਥ ਹੈ ਕਿ ਵੰਦੇ ਮਾਤਰਮ ਅਤੇ ਦੇਸ਼ ਭਗਤੀ ਦੇ ਗੀਤ ਗਾਉਂਦੇ ਹੋਏ, ਗੁਰਬਾਣੀ ਪੜ੍ਹਦੇ ਹੋਏ, ਐਂਡ ਟੇਕਿੰਗ ਦਾ ਹਾਰਸ਼ੈਸਟ ਫਿਜ਼ੀਕਲ ਪਨਿਸ਼ਮੈਂਟ, ਵੀ ਜਿੰਨਾ ਜ਼ਿਆਦਾ, ਕਾਫੀ ਜ਼ਿਆਦਾ ਪਨਿਸ਼ਮੈਂਟ ਲੈ ਕੇ, ਕਾਫੀ ਜ਼ਿਆਦਾ ਜ਼ੁਲਮ ਝੇਲ ਕੇ। ਇਟ ਵਾਜ਼ ਲਾਈਕ ਮੇਕਿੰਗ ਆਫ ਅ ਨਿਊ ਕਲਚਰ ਵਿਦ ਡਿਗਨਿਟੀ ਆਫ ਫਾਈਟਿੰਗ ਬਰੂਟਲ ਫੋਰਸਿਸ ਵਿਦ ਸੋਲ ਫੋਰਸ। ਤੇ ਹੁਣ ਇਸ ਤਰ੍ਹਾਂ ਲੱਗ ਰਿਹਾ ਕਿ ਉਹਨਾਂ ਨੇ ਇੱਕ ਨਵਾਂ ਕਲਚਰ ਹੈ, ਇੱਜ਼ਤ ਵਾਲਾ, ਡਿਗਨਿਟੀ ਦਾ ਅਰਥ ਹੁੰਦਾ ਇੱਜ਼ਤ ਮਾਣ ਵਾਲਾ, ਨਵਾਂ ਕਲਚਰ ਉਹ ਡਿਵੈਲਪ ਕੀਤਾ। ਕਿਹੜਾ ਕਲਚਰ ਡਿਵੈਲਪ ਕੀਤਾ, ਫਾਈਟਿੰਗ ਬਰੂਟਲ ਫੋਰਸਿਸ ਵਿਦ ਸੋਲ ਫੋਰਸ, ਵੀ ਬਰੂਟਲ ਫੋਰਸਿਸ ਦਾ ਸਾਹਮਣਾ, ਮਾੜੀਆਂ ਸ਼ਕਤੀਆਂ ਦਾ ਸਾਹਮਣਾ ਆਪਣੀ ਸੋਲ ਫੋਰਸ ਨਾਲ ਕੀਤਾ, ਆਪਣੀ ਆਤਮਾ ਦੀ ਸ਼ਕਤੀ ਦੇ ਨਾਲ ਕੀਤਾ। ਤੇ ਕਦੋਂ ਤੱਕ ਕੀਤਾ, ਅੰਟਿਲ ਦੇ ਵਰ ਈਦਰ ਰਿਲੀਜ਼ਡ ਇਨ 1921 ਔਰ ਟ੍ਰਾਂਸਫਰ ਟੂ ਜੇਲਸ ਔਨ ਦਾ ਮੇਨਲੈਂਡ। ਤੇ ਉਦੋਂ ਤੱਕ ਕੀਤਾ ਜਦੋਂ ਤੱਕ ਇਹਨਾਂ ਨੂੰ 1921 ਵਿੱਚ ਛੱਡ ਨਾ ਦਿੱਤਾ ਗਿਆ ਹੋਏ, ਤੇ ਜਾਂ ਕਿਸੇ ਨੂੰ ਛੱਡ ਦਿੱਤਾ ਗਿਆ ਜਾਂ ਕਈਆਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਮੇਨਲੈਂਡ, ਜਿਵੇਂ ਮੇਨਲੈਂਡ ਵਾਲੇ ਏਰੀਆ ਦੀ ਜੇਲ੍ਹਾਂ ਵਿੱਚ। The sufferings and the daring resistance of these living martyrs were indeed decidedly more severe and testing than death by hanging of a number of martyrs। ਤੇ ਦੋਸਤੋ ਇੱਕ ਇੱਥੇ ਸ਼ਬਦ ਯੂਜ਼ ਹੋਇਆ ਜਿਸ ਲਿਵਿੰਗ ਮਾਰਟੀਅਰ, ਤੇ ਲਿਵਿੰਗ ਮਾਰਟੀਅਰ ਦਾ ਅਰਥ ਹੁੰਦਾ ਜ਼ਿੰਦਾ ਸ਼ਹੀਦ। ਤੇ ਸਾਡੀ ਗਲੋਸਰੀ ਵਿੱਚ ਵੀ ਲਿਖਿਆ ਦ ਪਰਸਨਸ ਹੂ ਸੈਕਰੀਫਾਈਸ ਐਵਰੀਥਿੰਗ ਵਾਈਲ ਦੇ ਆਰ ਲਿਵਿੰਗ ਫॉर ਅ ਬਿਲੀਵ, ਕੌਜ਼ ਔਰ ਕੰਟਰੀ। ਤੇ ਇਸ ਲਾਈਨ ਦਾ ਅਰਥ ਹੈ ਵੀ ਜਿਹੜੇ ਇਹਨਾਂ ਗਦਰੀ ਬਾਬਿਆਂ ਨੂੰ ਤਸੀਹੇ ਦਿੱਤੇ ਗਏ ਤੇ ਜਿਹੜਾ ਇਹਨਾਂ ਨੇ ਵਿਰੋਧ ਕੀਤਾ, ਵਿਦਰੋਹ ਕੀਤਾ ਬਰੂਟਲ ਫੋਰਸਿਸ ਦਾ, ਨਿਰਦਈ ਤਾਕਤਾਂ ਦਾ, ਵਾਜ਼ ਮੋਰ ਸੀਵੀਅਰ ਐਂਡ ਟੈਸਟਿੰਗ then death by hanging of a number of martyrs।
ਤੇ ਮੌਤ ਦੀ ਸਜ਼ਾ ਸਭ ਤੋਂ ਜ਼ਿਆਦਾ ਸੀਵੀਅਰ ਮੰਨੀ ਜਾਂਦੀ ਹੈ ਤੇ ਇਹ ਉਸ ਤੋਂ ਵੀ ਜ਼ਿਆਦਾ ਹੈ ਸੀਵੀਅਰ ਸੀਗਾ ਤੇ ਇਹਨਾਂ ਦੀ ਸਫਰਿੰਗਸ ਤੇ ਮੌਤ ਤੋਂ ਵੀ ਜ਼ਿਆਦਾ ਦੁਖਦਾਈ ਸੀਗੀਆਂ। Pakna explained that the crux of the songs which the revolutionaries sang in the jail was something like this: Hey Matrabhumi, this is true that we could not liberate you, but so long as even one of our comrades is alive, he will sacrifice everything to remove your chains. ਤੇ ਅੰਤ ਵਿੱਚ ਪਖਨਾ ਜੀ ਨੇ ਐਕਸਪਲੇਨ ਕੀਤਾ ਕਿ ਦ ਕਰਕਸ ਆਫ ਦ ਸੌਂਗਸ, ਕਰਕਸ ਹੁੰਦਾ ਵੀ ਸਭ ਤੋਂ ਜ਼ਰੂਰੀ ਪਾਰਟ, ਤੇ ਹੁਣ ਸਾਡੀ ਗਲੋਸਰੀ ਵਿੱਚ ਵੀ ਲਿਖਿਆ ਕਰਕਸ ਦਾ ਅਰਥ ਕਿ ਦ ਮੋਸਟ ਇੰਪੋਰਟੈਂਟ ਔਰ ਡਿਫੀਕਲਟ ਪਾਰਟ ਆਫ ਅ ਪ੍ਰੋਬਲਮ ਔਰ ਐਨ ਇਸ਼ੂ। ਤੇ ਉਹ ਸੌਂਗਸ ਜਿਹੜੇ ਕਿ ਗਾਉਂਦੇ ਸੀਗੇ ਗਦਰੀ ਬਾਬੇ ਤੇ ਉਹਨਾਂ ਦਾ ਕੀ ਕਰਕਸ ਹੁੰਦਾ ਸੀਗਾ ਉਹ ਕੁਝ ਇਸ ਤਰ੍ਹਾਂ ਹੈ: ਹੇ ਮੇਰੀ ਮਾਂ ਭੂਮੀ, ਇਹ ਗੱਲ ਸੱਚ ਹੈ ਕਿ ਅਸੀਂ ਤੈਨੂੰ ਆਜ਼ਾਦ ਨਹੀਂ ਕਰਾ ਪਾਏ, ਪਰ ਜਦੋਂ ਤੱਕ ਸਾਡਾ ਇੱਕ ਵੀ ਸਾਥੀ ਜ਼ਿੰਦਾ ਹੈ ਉਹ ਆਪਣਾ ਸਭ ਕੁਝ ਨਿਉਛਾਵਰ ਕਰ ਦੇਗਾ ਕਿ ਤੈਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਾਉਣ ਲਈ। ਤੇ ਦੋਸਤੋ ਇਹ ਸੀਗੀ ਇਸ ਪਾਰਟ ਦੀ ਲਾਈਨ ਬਾਈ ਲਾਈਨ ਐਕਸਪਲੇਨੇਸ਼ਨ ਇਨ ਪੰਜਾਬੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਰਟ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਤੇ ਇਸ ਪਾਰਟ ਤੋਂ ਸਾਨੂੰ ਇਹ ਵੀ ਪਤਾ ਲੱਗਿਆ ਵੀ ਸਾਡੇ ਗਦਰੀ ਬਾਬਿਆਂ ਨੇ ਸਾਨੂੰ ਆਜ਼ਾਦ ਕਰਾਉਣ ਲਈ ਕਿੰਨਾ ਜ਼ਿਆਦਾ ਸੰਘਰਸ਼ ਹੈ ਉਹ ਕੀਤਾ।